जी देश का किसान तगड़ा उन्हें भुखे सोने की लोड़ नहीं, देश का जवान तगड़ा उन्हें डर के सोने की लोड़ नहीं। अगर वो पीछे नहीं हटाती अपने पाँव और ये कानून वापस नहीं लेगी तो समझिए कि सरकार की के कफन में ही आखिरी कील साबित होगी। मोदी सरकार ਨੂੰ ਝੁਕਣਾ ਪੈਣਾ ਜੀ, ਨਹੀਂ ਅਸੀਂ ਝੁਕਾ ਕੇ ਰਹਾਂਗੇ। ਕੱਲ ਦਾ ਫੈਸਲੇ 'ਚ ਸਾਨੂੰ ਸਾਡੀਆਂ ਮੰਗਾਂ ਮੰਨ ਲੈ, ਨਹੀਂ ਉਹਨੂੰ ਮਨਾ ਕੇ ਹਟਾਂਗੇ। ਕੈਨੇਡਾ ਦੇ ਜਸਟਿਨ ਟਰੂਡੋ ਨੇ ਔਰ ਸੈਕਟਰੀ ਯੂਐਨ ਨੇ ਬਿਲਕੁਲ ਓਪਨਲੀ ਦੇਖ ਲਓ ਸਟੇਟਮੈਂਟ ਦਿੱਤੀ ਹੈ। ਤੁਸੀਂ ਇਸ ਪੋਸਟਰ ਨੂੰ ਚੱਕਣ ਲਈ ਕਿਉਂ ਮਜਬੂਰ ਹੋਏ? ਮੋਦੀ ਸਾਹਿਬ ਨੇ ਮਜਬੂਰ ਕਰ ਦਿਆ ਜੀ ਸਾਨੂੰ। ਅਸੀਂ ਤਾਂ ਮੈਂ ਤਾਂ ਇਹ ਚਾਹਨਾ ਜੀ ਇਹ ਸਰਕਾਰ ਇਰੈਡੀਕੇਟ ਹੋ ਜੇ, ਆਣੀ ਨਹੀਂ ਚਾਹੀਦੀ। ਨੈਕਸਟ ਇਲੈਕਸ਼ਨ 'ਚ ਵੀ ਹੁਣੇ ਇਰੈਡੀਕੇਟ ਹੋ ਜੇ। ਅਸੀਂ ਕਿਉਂ ਵਿਕੂਗੀਆਂ? ਅਸੀਂ ਸਿੰਘਾਂ ਦੀਆਂ ਬੀਬੀਆਂ ਐ ਕਿਸਾਨਾਂ ਦੀਆਂ, ਅਸੀਂ ਵਿਕਣ ਨੂੰ ਨਹੀਂ ਆਈਆਂ। ਬੀਬੀ ਜਗੀਰ ਕੌਰ ਅਸਤੀਫਾ ਦੇਵੇ ਤੇ ਕੰਗਨਾ ਰਣੌਤ ਦੇ ਖਿਲਾਫ ਕਾਰਵਾਈ ਕਰੇ ਕਿ ਮੋਦੀ ਸਰਕਾਰ ਜੀ ਤੁਸੀਂ ਪੁੱਠਾ ਪੰਗਾ ਲੈ ਲਿਆ ਪੰਜਾਬੀਆਂ ਨਾਲ, ਕਿਤੇ ਗਲਤੀ ਨਾਲ ਸਾਨੂੰ ਕਿਤੇ ਪੁਰਾਣਾ ਗਦਰੀ ਬਾਬੇ वाला हिसाब किताब ना लाना पै जाए। सरकार ने और सरकार की जो मीडिया है, सरकारी मीडिया, गोदी मीडिया, उसने बड़ी कोशिश की मुसलमानों को हिंदुओं से लड़ाना, सिखों से लड़ाना, लेकिन पब्लिक इस बार समझ चुकी है कि हम अलग अलग नहीं है। ਜੋ ਰਾਜਾ ਹੋਣ ਦੇ ਜਾਂ ਪ੍ਰਾਈਮ ਮਿਨਿਸਟਰ ਹੋਣ ਦੇ ਜਾਂ ਚੀਫ ਮਿਨਿਸਟਰ ਹੋਣ ਦੇ ਲਾਇਕ ਹੀ ਨਹੀਂ ਹੈ, ਹੱਕਦਾਰ ਨਹੀਂ ਹੈ, ਜਿਹੜਾ ਬੰਦਾ ਆਪਣੀ ਜਨਤਾ ਦੀ ਨਾ ਸੁਣੇ। ਕਜਰੀ ਜਾ ਕੇ ਇੱਕ ਟਕੇ ਦਾ ਮੁੱਲ ਵਿਕਦੇ ਸੀ ਤੁਸੀਂ, ਇਹ ਖਾਲਸੇ ਪੰਥ ਨੇ ਦੇਗਾ ਮਾਰੀਆਂ। ਤਾਂ ਜਿਹੜੀ ਉਹ 5 ਇੰਚ ਦਾ ਸੀਨਾ ਕਹਿੰਦਾ ਸੀ ਮੈਂ 1 ਇੰਚ ਪਿੱਛੇ ਨਹੀਂ ਹਟਣਾ, ਉਹ 4 ਵਾਰ ਹੁਣ ਤੱਕ ਟੇਬਲ ਟਾਪ ਕਰ ਚੁੱਕਿਆ ਹੈ। ਬਿਨਾਂ ਈਵੀਐਮ ਤੋਂ ਬੈਲਟ ਪੇਪਰ ਦੇ ਥਰਾਈ ਵੋਟ ਕਰ ਲਓ। ਭਾਈ ਸਾਹਿਬ ਜੇ ਤੁਹਾਡੀਆਂ 10 ਸੀਟਾਂ ਆ ਜਾਣ ਉਹਨੂੰ ਪੁੰਜੇ ਬਿਠਾ ਲਿਓ। ਮੇਰੇ ਨਾਨਾ ਜੀ ਦਾਦਾ ਜੀ ਸਾਰੇ ਖੇਤੀਬਾੜੀ ਕਰਦੇ ਹਨ, ਇਸੇ ਲਈ ਅਸੀਂ ਕਿਸਾਨਾਂ ਨੂੰ ਸਪੋਰਟ ਕਰਨ ਇੱਥੇ ਆਏ ਹਾਂ। ਚਾਹੁੰਦੇ ਆ ਵੀ ਇਹ ਕਾਨੂੰਨ ਰੱਦ ਹੋਵੇ, ਹਰ ਹਾਲਤ ਤੇ ਰੱਦ ਹੋਵੇ ਤੇ ਰੱਦ ਕਰਾ ਕੇ ਹੀ ਮੁੜਾਂਗੇ ਪੰਜਾਬ ਨੂੰ। ਮੈਂ ਉਹੀ ਤੇ ਗੱਲ ਕਰ ਰਿਹਾ ਨਾ, ਇਟ ਮੀਨਸ ਜੇ ਕਾਨੂੰਨ ਜਿਹੜੀ ਬੀਜੇਪੀ ਲਾਗੂ ਨਹੀਂ ਕਰ ਪਾ ਰਹੀ ਤੇ ਦੇਸ਼ ਵਿੱਚ ਕਿਵੇਂ ਲਾਗੂ ਹੋਣਗੇ? ਇੱਕ ਦੇਸ਼ ਇੱਕ ਮੰਡੀ ਕਿਵੇਂ ਪੋਸੀਬਲ? ਉਹਦੇ ਵਿੱਚ ਸੁਧਾਰ ਕਰਨ ਦੀ ਲੋੜ ਹੈਗੀ ਹੈ ਵੀ ਜਿਹੜੇ ਵਪਾਰੀ ਖਰੀਦ ਕੇ ਕਿਸਾਨਾਂ ਦੀ ਐਕਸਪਲੋਇਟੇਸ਼ਨ ਕਰਦੇ ਆ ਉਹ ਨਹੀਂ ਹੋਣੀ ਚਾਹੀਦੀ। ਮੈਂ ਤਾਂ ਇਸ ਗੱਲ ਦਾ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਕਿਸਾਨ ਜਥੇਬੰਦੀਆਂ ਨੇ ਅੱਜ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਸੀ। ਜੇ ਪੰਜਾਬ ਦੀ ਗੱਲ ਕਰੀਏ ਤਾਂ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਵੇਲੇ ਅਸੀਂ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਖੜੇ ਹੋਏ ਹਾਂ। ਇੱਥੇ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਨੇ ਕਿਸਾਨ ਭਰਾਵਾਂ ਦਾ ਸਮਰਥਨ ਕਰਨ ਦੇ ਲਈ। ਕੇਂਦਰ ਸਰਕਾਰ ਦੇ ਵਿਰੁੱਧ ਇੱਥੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਖਾਸ ਤੌਰ ਤੇ ਗੋਦੀ ਮੀਡੀਆ ਦੇ ਨਾਲ ਵੀ ਨਾਰਾਜ਼ਗੀ ਉਹਨਾਂ ਦੀ ਹੈਗੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਵੱਖ-ਵੱਖ ਬੁਲਾਰੇ ਸੰਬੋਧਨ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਕਾਲੇ ਕਾਨੂੰਨ ਹੈਗੇ ਨੇ ਇਹ ਮੋਦੀ ਸਰਕਾਰ ਨੂੰ ਵਾਪਸ ਲੈਣੇ ਪੈਣਗੇ। ਕੱਲ ਫਿਰ ਕੇਂਦਰ ਦੇ ਮੰਤਰੀਆਂ ਦੇ ਨਾਲ ਕਿਸਾਨ ਆਗੂਆਂ ਦੀ ਬੈਠਕ ਹੈ। ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਇਹ ਬੈਠਕ ਹੋਏਗੀ। ਪਰ ਦੇਖਣਾ ਇਹ ਦਿਲਚਸਪ ਹੋਵੇਗਾ ਕਿ ਭਾਰਤ ਬੰਦ ਦਾ ਜਿਹੜਾ ਅਸਰ ਹੈਗਾ ਉਹ ਕੇਂਦਰ ਸਰਕਾਰ ਉੱਤੇ ਪਵੇਗਾ ਜਾਂ ਨਹੀਂ ਪਵੇਗਾ। ਪਰ ਅੱਜ ਪੰਜਾਬ ਤੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਉਹ ਇਹ ਰਿਪੋਰਟਾਂ ਆ ਰਹੀਆਂ ਨੇ ਕਿ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇੱਥੇ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਬੁਲਾਰੇ ਹੈਗੇ ਨੇ ਉਹ ਸੰਬੋਧਨ ਕਰ ਰਹੇ ਨੇ। ਲੋਕ ਵੀ ਵੱਡੀ ਗਿਣਤੀ ਵਿੱਚ ਇੱਥੇ ਇਕੱਠੇ ਹੋਏ ਨੇ। ਅਸੀਂ ਇੱਥੋਂ ਦੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਨੌਜਵਾਨ ਹੱਥਾਂ ਦੇ ਵਿੱਚ ਪੋਸਟਰ ਲੈ ਕੇ ਵੀ ਖੜੇ ਹੋਏ ਨੇ। ਸਾਹਮਣੇ ਲਿਖਿਆ ਹੈ ਦਾਦੇ ਨੇ ਵੇਖਿਆ 1947, ਬਾਪੂ ਨੇ ਵੇਖਿਆ 1984, ਅਸੀਂ ਵੇਖਿਆ 1920। ਅਜੇ ਸਮੇਂ ਜਦੋਂ ਭਾਰਤ ਦੇ ਵਿੱਚ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਹੈ, ਨਾਲ ਹੀ ਪੋਸਟਰਾਂ ਦੇ ਉੱਤੇ ਲਿਖਿਆ ਹੈ ਅਸੀਂ ਕਿਸਾਨ ਹਾਂ, ਅੱਤਵਾਦੀ ਨਹੀਂ। ਇਹ ਪੋਸਟਰ ਕਿਉਂ ਲੈ ਕੇ ਆਏ ਨੇ ਇਹਨਾਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ। ਤੁਸੀਂ ਜਿਹੜਾ ਪੋਸਟਰ ਹੱਥ ਦੇ ਵਿੱਚ ਫੜਿਆ ਹੋਇਆ ਹੈ, ਤੁਸੀਂ ਇਸ ਪੋਸਟਰ ਨੂੰ ਚੱਕਣ ਲਈ ਕਿਉਂ ਮਜਬੂਰ ਹੋਏ? ਮੋਦੀ ਸਾਹਿਬ ਨੇ ਮਜਬੂਰ ਕਰ ਦਿਆ ਜੀ ਸਾਨੂੰ, ਤਾਂ ਕਰਕੇ ਜਿਹੜੇ ਕਾਲੇ ਕਾਨੂੰਨ ਲਾਏ ਐ ਉਹਨੇ ਸਾਨੂੰ ਮਜਬੂਰ ਕੀਤਾ, ਤਾਂ ਅਸੀਂ ਹੱਥਾਂ 'ਚ ਪੋਸਟਰ ਫੜੇ ਨੇ। ਤੁਹਾਡੇ ਪੋਸਟਰ ਦੇ ਉੱਤੇ ਲਿਖਿਆ ਸੀ ਕਿਸਾਨ ਆ, ਅੱਤਵਾਦੀ ਨਹੀਂ। ਹਾਂ ਅਸੀਂ ਕਿਸਾਨ ਹੈ, ਅੱਤਵਾਦੀ ਨਹੀਂ ਅਸੀਂ। ਤੁਹਾਨੂੰ ਕੀ ਲੱਗਦਾ ਕਿ ਇੱਕ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਹਾਂ ਜੀ ਪੂਰੀ ਕੋਸ਼ਿਸ਼ ਕਰੀ ਜਾ ਰਹੀ ਹੈ ਜੀ ਬਦਨਾਮ। ਤੁਸੀਂ ਤੁਹਾਡਾ ਕੀ ਨਾਮ ਜੀ? ਗੁਰਵਿੰਦਰ ਸਿੰਘ ਹੈ ਜੀ। ਗੁਰਵਿੰਦਰ ਸਿੰਘ ਜੀ, ਕੀ ਦੇਖਦੇ ਹੋ ਕਿ ਅੱਜ ਜਿਹੜਾ ਭਾਰਤ ਬੰਦ ਹੈਗਾ ਤੇ ਉਸ ਦਾ ਅਸਰ ਕੱਲ ਜਿਹੜੀ ਬੈਠਕ ਹੋਣੀ ਹੈ ਕੇਂਦਰੀ ਮੰਤਰੀ ਦੇ ਨਾਲ ਉਸ ਉੱਤੇ ਪਊਗਾ, ਕੇਂਦਰ ਦੇ ਉੱਤੇ ਪਊਗਾ ਜੀ, ਪੂਰਾ ਫਰਕ ਪਊਗਾ ਜੀ। ਜਿੰਨਾ ਹੁਣ ਤੁਹਾਨੂੰ ਦਿਖ ਰਿਹਾ ਜੀ ਹਿੰਦੁਸਤਾਨ ਬੰਦ ਹੈ ਜੀ ਸਾਰਾ, ਸਰਕਾਰਾਂ ਨੂੰ ਇਹਦੇ ਵਿੱਚ ਫਰਕ ਤਾਂ ਪੈਣਾ ਹੀ ਹੈ ਜੀ। ਕਿੰਨਾ ਜਿਕਣਾ ਅੱਜ ਸਾਰਾ ਕੁਝ ਬੰਦ ਹੈ ਜੀ ਤੇ ਇਹਦੇ ਵਿੱਚ ਸਰਕਾਰਾਂ ਦਾ ਸਾਰਾ ਫਰਕ ਪਊਗਾ ਜੀ। ਇਹਨਾਂ ਨੂੰ ਬਜਟ ਦਾ ਫਰਕ ਪਊਗਾ ਜੀ। ਕਰਨਾ ਚਾਹੀਦਾ ਜੀ। ਜੀ ਹਾਂਜੀ। ਸੋ ਹੋਰ ਵੀ ਨੌਜਵਾਨਾਂ ਨਾਲ ਗੱਲਬਾਤ ਕਰਾਂਗੇ। ਆਜੋ ਅੱਗੇ। ਤੁਸੀਂ ਵੀ, ਤੁਹਾਡਾ ਕੀ ਨਾਂ ਜੀ? ਸਤਵਿੰਦਰ ਸਿੰਘ ਨਾਮ ਹੈ ਜੀ। ਕਿਵੇਂ ਦੇਖਦੇ ਹੋ ਕਿਸਾਨੀ ਅੰਦੋਲਨ ਨੂੰ? ਲੱਗਦਾ ਕਿ ਮੋਦੀ ਸਰਕਾਰ ਝੁਕੇਗੀ? ਮੋਦੀ ਸਰਕਾਰ ਨੂੰ ਝੁਕਣਾ ਪੈਣਾ ਜੀ, ਨਹੀਂ ਅਸੀਂ ਝੁਕਾ ਕੇ ਰਹਾਂਗੇ। ਕੱਲ ਦਾ ਫੈਸਲੇ 'ਚ ਸਾਨੂੰ ਸਾਡੀਆਂ ਮੰਗਾਂ ਮੰਨ ਲੈ, ਨਹੀਂ ਉਹਨੂੰ ਮਨਾ ਕੇ ਹਟਾਂਗੇ।
ਲੰਮੇ ਸਮੇਂ ਤੋਂ ਸੰਘਰਸ਼ ਜਾਰੀ ਹੈ, ਲਗਭਗ 3 ਮਹੀਨੇ ਹੋ ਗਏ ਪੰਜਾਬ ਦੇ ਵਿੱਚ ਵੀ ਤੇ ਹੁਣ ਤੁਹਾਨੂੰ ਕੀ ਲੱਗਦਾ ਕਿ ਜਿਸ ਤਰੀਕੇ ਨਾਲ ਦਿੱਲੀ ਦੀ ਘੇਰਾਬੰਦੀ ਕੀਤੀ ਗਈ ਹੈ ਤੇ ਉਸ ਦੇ ਨਾਲ ਹੁਣ ਤੱਕ ਸਰਕਾਰ ਚੁੱਕੀ ਹੈ ਜਾਂ ਨਹੀਂ ਚੁੱਕੀ? ਚੁੱਕੀ ਹੈ ਜੀ ਸਰਕਾਰ, ਸਾਰਿਆਂ ਨੂੰ ਪਤਾ, ਤੁਹਾਨੂੰ ਵੀ ਪਤਾ ਵੀ ਸਰਕਾਰ ਚੁੱਕੀ ਹੈ। ਉਹ ਕਹਿੰਦੇ ਅਸੀਂ ਸੋਧ ਕਰਦੇ, ਅਸੀਂ ਸੋਧ ਨਹੀਂ ਕਰਾਉਣੀ, ਅਸੀਂ ਹਾਂ ਜਾਂ ਨਾ। ਸਾਡੇ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਰੱਦ ਕਰੋ, ਕਾਲੇ ਕਾਨੂੰਨ ਰੱਦ ਕਰੋ। ਸੋ ਤੁਹਾਡਾ ਕੀ ਨਾਂ ਜੀ? ਮੇਰਾ ਨਾਮ ਮਨਿੰਦਰ ਸਿੰਘ ਹੈ ਜੀ। ਮਨਿੰਦਰ ਸਿੰਘ ਜੀ, ਤੁਸੀਂ ਲਿਖਿਆ ਕਿ ਦਾਦੇ ਨੇ ਵੇਖਿਆ 1947, ਬਾਪੂ ਨੇ ਵੇਖਿਆ 1984, ਅਸੀਂ ਵੇਖਿਆ 2020। ਸੇ ਜੇ ਗੱਲ ਕਰੀਏ 2020 ਦੀ ਤਾਂ ਤੁਹਾਨੂੰ ਕੀ ਲੱਗਦਾ ਕਿ ਇਸ ਸਾਲ ਦੇ ਵਿੱਚ ਕੀ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ? ਇਸ ਸਾਲ ਦੇ ਵਿੱਚ ਬਹੁਤ ਵੱਡੀਆਂ ਘਟਨਾਵਾਂ ਨੇ ਜੀ। ਪਹਿਲਾਂ ਤਾਂ ਕਰੋਨਾ ਨੇ, ਜੋ ਕਿ ਕਰੋਨਾ ਦੀ ਮਹਾਮਾਰੀ ਦੇ ਵਿੱਚ ਲਿਆ ਕੇ ਮੋਦੀ ਨੇ ਆਪਦੇ ਇਹ ਕਾਨੂੰਨ ਬਣਾਏ ਨੇ ਤੇ ਉਹ ਚਾਹੁੰਦਾ ਵੀ ਹਾਂ ਅਸੀਂ ਕਿਸਾਨਾਂ ਦਾ ਗਲ ਘੁੱਟੀਏ। ਪਰ ਕਿਸਾਨ ਜੇ ਨਾ ਹੋਣਗੇ ਤਾਂ ਕੋਈ ਵੀ ਬੰਦਾ ਛੋਟੇ ਤੋਂ ਲੈ ਕੇ ਵੱਡਾ, ਕੋਈ ਵੀ ਕਾਰੋਬਾਰ ਛੋਟੇ ਤੋਂ ਹੋਵੇ ਵੱਡਾ ਹੋਵੇ, ਕੋਈ ਵੀ ਕੋਈ ਕੰਮ ਨਹੀਂ ਕਰ ਸਕਦਾ, ਕੋਈ ਆਪਦੀ ਰੋਟੀ ਲਈ ਨਹੀਂ ਕੋਈ ਕਰ ਸਕਦਾ। ਇਹਨੂੰ ਇਹ ਨਹੀਂ ਹੈਗਾ ਸਮਝ ਆਉਂਦੀ ਵੀ ਹਾਂ ਜੇ ਅਸੀਂ ਇਹ ਕਾਨੂੰਨ ਬਣਾਏ ਨੇ ਤਾਂ ਲੋਕਾਂ ਤੋਂ ਪੁੱਛਣਾ ਚਾਹੀਦਾ, ਪੰਜਾਬ ਨੂੰ ਪੁੱਛਣਾ ਚਾਹੀਦਾ ਪੰਜਾਬ ਸਹਿਮਤ ਹੈ ਇਸ ਚੀਜ਼ ਲਈ, ਤਾਂ ਹੀ ਇਹ ਕੰਮ ਅੱਗੇ ਸਿਰੇ ਚੜ੍ਹਨ ਚਾਹੀਦੇ ਨੇ। ਜਦੋਂ ਪੰਜਾਬ ਇਸ ਚੀਜ਼ ਲਈ ਸਹਿਮਤ ਨਹੀਂ ਹੈਗਾ ਤਾਂ ਹੀ ਅੱਜ ਕਰਕੇ ਸਾਰੀ ਦੁਨੀਆ, ਪੂਰਾ ਪੰਜਾਬ ਤੇ ਹਰ ਇੱਕ ਕੋਨੇ ਤੋਂ ਆਇਆ ਹੋਇਆ ਬੰਦਾ ਧਰਤੀ ਤੇ ਖੜਾ ਹੈ। ਤੇ ਮੋਦੀ ਨੇ ਇਹ ਗੱਲ ਤਾਂ ਸੋਚਣੀ ਹੈ ਵੀ ਇਹ ਕਾਨੂੰਨ ਸਿਰਫ ਇੱਕ ਉਹ ਤੇ ਹੋ ਸਕਦਾ ਯੈਸ ਜਾਂ ਨੋ। ਅਸੀਂ ਚਾਹੁੰਦੇ ਹਾਂ ਵੀ ਇਹ ਕਾਨੂੰਨ ਰੱਦ ਹੋਵੇ, ਹਰ ਹਾਲਤ ਤੇ ਰੱਦ ਹੋਵੇ ਤੇ ਰੱਦ ਕਰਾ ਕੇ ਹੀ ਮੁੜਾਂਗੇ ਪੰਜਾਬ ਨੂੰ। 6 ਮਹੀਨੇ ਦਾ ਰਾਸ਼ਨ ਲੈ ਕੇ ਅਸੀਂ ਨਾਲ ਚੁਰੇ ਹੋਏ ਹਾਂ, ਪਰ ਬਿਨਾਂ ਰੱਦ ਕਰਾਏ ਅਸੀਂ ਪੰਜਾਬ ਨਹੀਂ ਆਉਂਦੇ। ਜੀ ਬਿਲਕੁਲ, ਇਹਨਾਂ ਦਾ ਕਹਿਣਾ ਹੈ ਕਿ ਕਾਨੂੰਨ ਜਿਹੜੇ ਹੈਗੇ ਨੇ ਉਹ ਅਸੀਂ ਰੱਦ ਕਰਵਾ ਕੇ ਹੀ ਦਿੱਲੀ ਤੋਂ ਵਾਪਸ ਮੁੜਾਂਗੇ ਤੇ ਵੱਖ-ਵੱਖ ਥਾਵਾਂ ਦੇ ਉੱਤੇ ਅੱਜ ਧਰਨੇਬਾਜ਼ੀ ਜਾਰੀ ਹੈਗੀ। ਤੁਸੀਂ ਦੇਖੋ ਕਿ ਨਾਅਰੇਬਾਜ਼ੀ ਵੀ ਇੱਥੇ ਚੱਲ ਰਹੀ ਹੈਗੀ ਹੈ। ਕਿਸਾਨੀ ਅੰਦੋਲਨ ਦਾ ਸਮਰਥਨ ਕਰਨ ਦੇ ਲਈ ਚੰਡੀਗੜ੍ਹ 17 ਸੈਕਟਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਔਰਤਾਂ ਵੀ ਪੁੱਜੀਆਂ ਹੋਈਆਂ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੀ ਨਾਂ ਜੀ? ਪਰਮਜੀਤ ਹੈ ਜੀ। ਅੱਜ ਕਿਸਾਨ ਸੜਕਾਂ ਦੇ ਉੱਤੇ ਨੇ ਆਪਣੇ ਹੱਕੀ ਮੰਗਾਂ ਲਈ, ਤੁਸੀਂ ਇਸ ਬਾਰੇ ਕੀ ਕਹੋਗੇ? ਅਸੀਂ ਵੀ ਆਪਣਾ ਹੱਕ ਚਾਹੁੰਦੇ ਹਾਂ। ਮੋਦੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ, ਅਸੀਂ ਇਹ ਧੱਕਾ ਹੋਣ ਨਹੀਂ ਦੇਣਾ। ਦਿੱਲੀ ਵੀ ਮੈਂ ਜਾ ਕੇ ਆਇਆ, ਉੱਥੇ ਜਦੋਂ ਕਵਰੇਜ ਕੀਤੀ ਤੇ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹਨਾਂ ਦਾ ਕਹਿਣਾ ਸੀ ਸਾਡੀਆਂ ਮਾਵਾਂ ਨੇ ਸਾਨੂੰ ਇਹ ਗੱਲ ਆ ਕੇ ਕਿਹਾ ਕਿ ਬੇਸ਼ੱਕ ਦਿੱਲੀ ਦੀ ਧਰਤੀ ਤੇ ਸ਼ਹੀਦ ਹੋ ਜਾਓ ਪਰ ਜੰਗ ਤੁਸੀਂ ਫਤਿਹ ਕਰਕੇ ਆਉਣੀ ਹੈ। ਤੇ ਤੁਸੀਂ ਕੀ ਮੰਨਦੇ ਹੋ ਕਿ ਅੱਜ ਇਹ ਜੰਗ ਫਤਿਹ ਹੋਏਗੀ? ਹੋਏਗੀ। ਅਸੀਂ ਸਿੰਘ ਆ, ਫਤਿਹ ਕਰਾ ਕੇ ਛੱਡਾਂਗੇ। ਜੀ ਕੱਲ ਫਿਰ ਦੁਆਰਾ ਕੇਂਦਰ ਦੇ ਮੰਤਰੀਆਂ ਦੇ ਨਾਲ ਬੈਠਕ ਹੈਗੀ ਹੈ ਕਿਸਾਨ ਆਗੂਆਂ ਦੀ, ਤੇ ਅੱਜ ਦੇ ਬੰਦ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਕੇਂਦਰ ਸਰਕਾਰ ਦੇ ਉੱਤੇ ਦਬਾਅ ਪਊਗਾ? ਦਬਾਅ ਪਾਉਂਗਾ, ਕਿਉਂ ਨਹੀਂ ਪਾਉਂਗਾ, ਪਾਉਂਗੇ, ਸਿੰਘ ਦਬਾਅ ਪਾਉਂਗੇ। ਤੁਹਾਡਾ ਕੀ ਕਹਿਣਾ ਹੈ ਕਿ ਵੱਡੀ ਗਿਣਤੀ ਵਿੱਚ ਜਿਹੜੇ ਸਾਡੇ ਨੌਜਵਾਨ ਹੈਗੇ ਨੇ ਅੱਜ ਦਿੱਲੀ ਦੀ ਬਾਰਡਰਾਂ ਉੱਤੇ ਬੈਠੇ ਨੇ, ਬਜ਼ੁਰਗ ਬਾਰਡਰਾਂ ਉੱਤੇ ਬੈਠੇ ਨੇ, ਵੱਡੀ ਗਿਣਤੀ ਵਿੱਚ ਜਿਹੜੀਆਂ ਸਾਡੀਆਂ ਭੈਣਾਂ ਮਾਤਾਵਾਂ ਹੈਗੀਆਂ ਉਹ ਸਰਹੱਦਾਂ ਦੇ ਉੱਤੇ ਬੈਠੀਆਂ ਹੱਕ ਮੰਗ ਰਹੀਆਂ ਆਪਣੇ, ਕੇਂਦਰ ਸਰਕਾਰ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ? ਇਹ ਵੀ ਜਿਹੜੇ ਕਾਨੂੰਨ ਉਹਨਾਂ ਨੇ ਵਾਪਸ ਲੈਣ ਤੇ ਸਾਡਾ ਹੱਕ ਸਾਨੂੰ ਮਿਲ ਜਾਵੇ। ਠੀਕ ਹੈ, ਤੁਹਾਡਾ ਕੀ ਨਾਂ ਜੀ? ਮੇਰਾ ਨਾਮ ਰਮਨਦੀਪ ਕੌਰ ਹੈ ਜੀ। ਕਿਸਾਨੀ ਅੰਦੋਲਨ ਨੂੰ ਕਿਵੇਂ ਦੇਖਦੇ ਹੋ? 3 ਮਹੀਨੇ ਹੋ ਗਏ ਲਗਭਗ ਕਿਸਾਨੀ ਸੰਘਰਸ਼ ਨੂੰ। ਪਹਿਲਾਂ ਪੰਜਾਬ ਦੇ ਵਿੱਚ ਰੇਲਾਂ ਵੀ ਬੰਦ ਰਹੀਆਂ, ਸੜਕਾਂ ਉੱਤੇ ਵੀ ਬੈਠ ਰਹੇ, ਸੰਘਰਸ਼ ਕਾਫੀ ਲੰਮਾ ਹੋ ਗਿਆ, ਹਾਲੇ ਤੱਕ ਕੇਂਦਰ ਸਰਕਾਰ ਕਿਉਂ ਨਹੀਂ ਚੁੱਕੀ? ਹਾਂਜੀ, ਕੇਂਦਰ ਸਰਕਾਰ ਨੂੰ ਇਹ ਕਾਲੇ ਕਾਨੂੰਨ ਆ ਜਿਹੜੇ ਜਲਦੀ ਤੋਂ ਜਲਦੀ ਵਾਪਸ ਲੈਣੇ ਚਾਹੀਦੇ ਨੇ। ਉਹ ਇਸ ਚੀਜ਼ ਨੂੰ ਬਹੁਤ ਲਾਈਟਲੀ ਲੈ ਰਹੇ ਸੀ, ਉਹਨਾਂ ਨੂੰ ਨਹੀਂ ਸੀ ਪਤਾ ਕਿ ਬੱਚਾ ਇਸ ਮਤਲਬ ਸੰਘਰਸ਼ ਦੇ ਵਿੱਚ ਆ ਜਾਏਗਾ। ਤੇ ਹੁਣ ਵੀ ਮੋਦੀ ਜੀ ਨੂੰ ਇਹ ਅਪੀਲ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਇਹ ਕਿਸਾਨਾਂ ਦੇ ਜਿਹੜੇ ਹੈਗੇ ਆ ਸਮੱਸਿਆ ਨੂੰ ਉਹਨੂੰ ਹੱਲ ਕਰਨਾ ਚਾਹੀਦਾ। ਜੀ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੀ ਨਾਮ ਆ ਜੀ? ਮੈਂ ਅਮਰਜੀਤ ਸਿੰਘ ਬੈਣੀਵਾਲ। ਜੀ ਬੇਸਿਕਲੀ ਆਪਾਂ ਵੀ ਜੱਟ ਜ਼ਿਮੀਂਦਾਰ ਹੈ, ਪਰ ਮੈਂ ਚੰਡੀਗੜ੍ਹ ਰਿਹਾ, ਮੈਂ ਚੀਫ ਅਫਸਰ ਮਰਚੈਂਟ ਨੇਵੀ ਤੋਂ। ਪਰ ਜੋ ਕੁਛ ਇਹ ਮੋਦੀ ਜਾਂ ਬੀਜੇਪੀ ਸਰਕਾਰ ਨੇ ਖਾਸ ਕਰ ਜਿਹੜੇ ਕਿਸਾਨਾਂ ਲਈ ਕਾਨੂੰਨ ਬਣਾਏ ਨੇ, ਇਹ ਬਿਲਕੁਲ ਇੱਕ ਧੱਕਾ ਤੇ ਸਰਾਸਰ ਗਲਤ ਹੈ, ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਘੱਟੋ ਘੱਟ ਜਿਹਨਾਂ ਲਈ ਕਾਨੂੰਨ ਬਣਾ ਰਹੇ ਤੁਸੀਂ ਉਹਨਾਂ ਨੂੰ ਪੁੱਛ ਲਓ। ਜਿਹੜਾ ਬੰਦਾ ਜਿਹੜੇ ਕਹਿੰਦੇ ਸਾਨੂੰ ਜ਼ਰੂਰਤ ਹੀ ਨਹੀਂ ਚੀਜ਼ ਦੀ, ਤੇ ਉਹਨਾਂ ਦੇ ਧੱਕੇ ਦੇ ਨਾਲ ਉਹਨਾਂ ਦੇ ਸਿਰ ਤੇ ਕਿਉਂ ਇਹ ਜ਼ਬਰਦਸਤੀ ਚੀਜ਼ਾਂ ਪਾਈਆਂ ਜਾ ਰਹੀਆਂ ਨੇ? ਔਰ ਇਹਦੇ ਨਾਲ ਕਿਸਾਨੀ ਦੇ ਨਾਲ ਹੀ ਹਰ ਇੱਕ ਚੀਜ਼ ਜੁੜੀ ਹੋਈ ਹੈ। ਕਿਸਾਨ ਬਿਲਕੁਲ ਆਪਣੀ ਜਗ੍ਹਾ ਤੇ ਰਾਈਟ ਪ੍ਰੋਟੈਸਟ ਕਰ ਰਹੇ ਨੇ, ਬਿਲਕੁਲ ਇਸੇ ਕਰਕੇ ਇਹ ਜਨ ਅੰਦੋਲਨ ਬਣ ਗਿਆ। ਹੁਣ ਇਹ ਸਵਾਲ ਇਕੱਲੇ ਹਿੰਦੁਸਤਾਨ ਦਾ ਨਹੀਂ ਹੈ, ਮੇਰੇ ਖਿਆਲ ਆਪਾਂ ਦੇਖਦੇ ਹੈ ਕਿ ਇਹ ਸਾਰਾ ਗਲੋਬਲ ਟਾਈਪ, ਅਮਰੀਕਾ, ਕੈਨੇਡਾ, ਸਾਰਾ ਯੂਰਪ, ਇਟਲੀ, ਜਰਮਨ, ਸਪੇਨ, ਨਿਊਜ਼ੀਲੈਂਡ, ਆਸਟ੍ਰੇਲੀਆ, ਜਿੱਥੇ ਵੀ ਸਿੱਖ, ਈਵਨ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਜਸਟਿਨ ਟਰੂਡੋ ਨੇ ਔਰ ਸੈਕਟਰੀ UN ਨੇ ਬਿਲਕੁਲ ਓਪਨਲੀ ਦੇਖ ਲਓ ਸਟੇਟਮੈਂਟ ਦਿੱਤੀ ਹੈ। ਔਰ ਕਿਸਾਨਾਂ ਦੀ ਵੀ ਜਿਹੜਾ ਕੋਈ ਵੀ ਸ਼ਾਂਤਮਈ ਪ੍ਰੋਟੈਸਟ ਕਰਦਾ ਹੈ ਬੰਦਾ, ਤੇ ਉਹਨੂੰ ਰਾਈਟ ਹੈ ਆਪਣੀਆਂ, ਔਰ ਇਹ ਮੰਗਾਂ ਵੀ ਕੋਈ ਨਜਾਇਜ਼ ਨਹੀਂ ਹੈ, ਬਿਲਕੁਲ ਜਾਇਜ਼ ਔਰ ਵਾਜਿਬ ਹੈ। ਔਰ ਉਹਨ ਕਿਸਾਨਾਂ ਦੇ ਉੱਤੇ ਦੇਖੋ ਉਲਟਾ ਜਦੋਂ ਜਾ ਰਹੇ ਸੀ ਦਿੱਲੀ ਲਈ
ਮਤਲਬ ਉਹਦੇ ਤੇ ਇਹਨਾਂ ਤੇ ਜਿਹੜੇ ਅਥਰੂ ਗੈਸ ਦੇ ਗੋਲੇ, ਵਾਟਰ ਕੈਨਨ, ਉਹਦੇ 'ਚ ਬਜ਼ੁਰਗ ਵੀ ਸੀ, ਇਸਤਰੀਆਂ ਵੀ ਸੀ, ਬੱਚੇ ਵੀ ਸੀ। ਕਿੱਡਾ ਵੱਡਾ ਕਿ ਜ਼ੁਲਮ ਹੈ ਇਹ, ਜਿਹੜਾ ਕਿ ਸ਼ਾਂਤਮਈ ਪ੍ਰੋਟੈਸਟ ਕਰੇ, ਇੱਕ ਜ਼ਿਮੀਂਦਾਰ ਵੀ ਆਂਦਾਤਾ ਹੋਵੇ, ਤੇ ਉਹਦੇ ਤੇ ਕਿੱਡਾ ਵੱਡਾ ਇੱਕ ਸਰਕਾਰ ਦਾ ਜ਼ੁਲਮ ਜਿਹੜਾ ਬਿਲਕੁਲ ਸਰਾਸਰ ਗਲਤ ਹੈ। ਇਹ ਨਹੀਂ ਹੋਣਾ ਚਾਹੀਦਾ ਸੀ। ਔਰ ਹੁਣ ਵੀ ਇਸ ਬੀਜੇਪੀ ਮੋਦੀ ਕੋਲ ਟਾਈਮ ਹੈ ਇਹ ਕਿ ਅਜੇ ਵੀ ਟਾਈਮ ਨੂੰ ਸਮਝ ਕੇ ਵਿਚਾਰ ਕੇ ਇਹਨੂੰ ਬਿਨਾਂ ਕਿਸੇ ਹੋਰ ਡਿਲੇ ਕੀਤਿਆਂ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ। ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਮੋਦੀ ਸਾਲਾ ਮੁਰਦਾਬਾਦ, ਮੋਦੀ ਸਰਕਾਰ। ਮੈਂ ਤੁਹਾਡੇ ਤੇ ਵੀ ਜਾਨਣਾ ਚਾਹੁੰਦਾ ਕਿ ਜਿਸ ਤਰੀਕੇ ਨਾਲ ਜਦੋਂ ਦੇਸ਼ ਦੇ ਪੂਰੇ ਵੱਖ-ਵੱਖ ਸਟੇਟਾਂ ਤੋਂ ਕਿਸਾਨ ਹੈਗੇ ਨੇ, ਸੜਕਾਂ ਦੇ ਉੱਤੇ ਨੇ, ਤੇ ਜਿਹੜੇ ਪ੍ਰਧਾਨ ਮੰਤਰੀ ਹੁੰਦੇ ਆ ਉਹ ਪੂਰੇ ਦੇਸ਼ ਦਾ ਪ੍ਰਧਾਨ ਮੰਤਰੀ, ਕਿਸੇ ਇੱਕ ਸਟੇਟ ਦਾ ਪ੍ਰਧਾਨ ਮੰਤਰੀ ਨਹੀਂ ਹੁੰਦਾ। ਤੇ ਜਦੋਂ ਪੂਰਾ ਦੇਸ਼ ਹੀ ਸੜਕਾਂ ਦੇ ਉੱਤੇ ਹੋਵੇ ਤੇ ਉਸ ਦੇ ਬਾਵਜੂਦ ਪ੍ਰਧਾਨ ਮੰਤਰੀ ਇੰਨੀ ਲਾਪਰਵਾਹੀ ਕਿਉਂ ਵਰਤ ਰਹੇ ਨੇ, ਇੰਨੀ ਅਣਗਹਿਲੀ ਕਿਉਂ ਵਰਤ ਰਹੇ ਨੇ, ਇੰਨਾ ਡਿਲੇ ਕਿਉਂ ਹੋ ਰਿਹਾ ਹੈ? ਇਹ ਐਕਚੁਅਲੀ ਬੜੀ ਅੰਡਰਸਟੂਡ ਹੈ ਗੱਲ। ਆਈ ਥਿੰਕ ਮੇਰਾ ਖਿਆਲ ਹੈ ਬਈ ਇੱਕ ਪੜ੍ਹਿਆ ਲਿਖਿਆ ਤਬਕਾ ਤਾਂ ਕੀ, ਇੱਕ ਜ਼ਿਮੀਂਦਾਰ ਵੀ ਇਸ ਚੀਜ਼ ਨੂੰ ਸਮਝਦਾ ਹੈ। ਜ਼ਿਮੀਂਦਾਰ ਵੀ ਇੱਕ ਸਰਕਾਰ ਕੀ ਚੀਜ਼ ਹੈ, ਚਾਹੇ ਉਹ ਕਿਸੇ ਕੰਟਰੀ ਦਾ ਪ੍ਰਾਈਮ ਮਿਨਿਸਟਰ ਹੋਵੇ, ਚਾਹੇ ਉਹ ਸਟੇਟ ਦਾ ਚੀਫ ਮਿਨਿਸਟਰ ਹੋਵੇ। ਅਲਟੀਮੇਟਲੀ ਕੌਣ ਹੈ, ਕੌਣ ਬਣਾਉਂਦਾ ਉਹਨੂੰ? ਪਾਵਰ ਕੌਣ ਦਿੰਦਾ ਹੈ? ਪਾਵਰ ਲੋਕ ਦਿੰਦੇ ਨੇ। ਔਰ ਉਹ ਲੋਕਾਂ ਦੀ ਹੋਈ ਔਰ ਜਨਤਾ ਦੀ ਉਹਨਾਂ ਸੁਣੀ ਜਾਏ ਤੇ ਇਟ ਮੀਨਸ ਹੀ ਇਜ਼ ਨਾਟ ਫਿਟ ਫਾਰ ਦਾ ਐਮਪਰਰ। ਤੇ ਉਹ ਰਾਜਾ ਹੋਣ ਦੇ ਜਾਂ ਪ੍ਰਾਈਮ ਮਿਨਿਸਟਰ ਹੋਣ ਦੇ ਜਾਂ ਚੀਫ ਮਿਨਿਸਟਰ ਹੋਣ ਦੇ ਲਾਇਕ ਹੀ ਨਹੀਂ ਹੈ, ਹੱਕਦਾਰ ਨਹੀਂ ਹੈ, ਜਿਹੜਾ ਬੰਦਾ ਆਪਣੀ ਜਨਤਾ ਦੀ ਨਾ ਸੁਣੇ। ਕਿ ਤੁਹਾਨੂੰ ਲੱਗਦਾ ਕਿ ਕਾਰਪੋਰੇਟ ਨੂੰ ਇਸ ਵਿੱਚ ਫਾਇਦਾ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਬਿਲਕੁਲ ਬਿਲਕੁਲ 100%। ਇਹ ਹੋਰ ਹੈ ਹੀ ਕੁਝ ਨਹੀਂ ਹੈ। ਅਗਰ ਆਪਾਂ ਇਹ ਜਿਹੜੇ ਕਾਨੂੰਨਸ ਨੂੰ ਆਪਾਂ ਗੋ ਥਰੂ ਪੜ੍ਹੀਏ ਜਾਂ ਦੇਖੀਏ, ਇਹ ਹੈ ਹੀ ਸਿਰਫ ਇੱਕੋ ਹੀ ਹੈ, ਮੋਟੋ ਵੀ ਪਿੱਛੇ ਇੱਕੋ ਹੀ ਹੈ। ਅਗਰ ਆਪਾਂ ਦੇਖੀਏ ਕਾਰਪੋਰੇਟ ਦੇ ਘਰਾਣਿਆਂ ਨੂੰ ਸਿਰਫ ਫਾਇਦਾ ਬਣਾਉਣ ਲਈ ਹੀ ਬਣਾਏ ਗਏ ਨੇ, ਅਦਰਵਾਈਜ਼ ਇਹ 'ਚ ਜ਼ਿਮੀਂਦਾਰ ਦਾ ਨੁਕਸਾਨ ਹੀ ਹੈ। ਇਹ ਤਾਂ ਜ਼ਿਮੀਂਦਾਰਾਂ ਨੂੰ ਤਾਂ ਖਤਮ ਕੀਤਾ ਜਾ ਰਿਹਾ ਹੈ। ਇਹ ਕਿਉਂ ਹੈ? ਜਿਹੜਾ ਕਿ ਨਹੀਂ ਚਾਹੀਦਾ। ਤੁਹਾਡਾ ਕੀ ਨਾਮ ਜੀ? ਮਹਿੰਦਰ ਸਿੰਘ ਜੀ। ਹੁਣ ਤੱਕ ਦੇ ਅੰਦੋਲਨ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਇਹਦੇ ਵਿੱਚੋਂ ਆਪਾਂ ਇਹ ਦੇਖੀਏ ਕਿ ਹੁਣ ਤੱਕ ਪੰਜਾਬ ਦੇ ਪੱਲੇ ਕੀ ਪਿਆ, ਕੀ ਖੱਟਿਆ ਪੰਜਾਬ ਨੇ? ਦੇਖੋ ਜੀ, ਉਹ ਕੰਗਣਾ ਬੋਲ ਰਹੀ ਸੀ, ਕੰਗਣਾ ਕਹਿੰਦੀ ਵੀ 100 ਰੁਪਏ ਦੀ ਜਨਾਨੀਆਂ ਲਿਆਂਦੀਆਂ। ਇਹ ਸਾਡੇ ਕਿਸਾਨਾਂ ਦੀ ਜਨਾਨੀਆਂ ਦੇਖੋ ਖੜੀਆਂ ਹੈ। ਉਹ ਕਹਿੰਦੀ 100 ਰੁਪਏ ਦੀ ਜਨਾਨੀਆਂ ਲਿਆ ਰਹੇ ਤੁਸੀਂ, ਦੇਖੋ ਇਹ ਨਾਲ ਖੜੀਆਂ ਹੈ। ਜੀ ਜੀ। ਤੁਹਾਨੂੰ ਕੀ ਲੱਗਦਾ ਕਿ ਕੰਗਨਾ ਰਣੌਤ ਦੀ ਸਟੇਟਮੈਂਟ ਕਿਉਂ ਆਈ ਫਿਰ? ਬਸ ਦੇਖੋ ਜੀ ਕਿਹੋ ਜਿਹਾ ਭਾਸ਼ਣ ਦੇ ਰਹੀ ਆ। ਕੀ ਇਸ ਪਿੱਛੇ ਤੁਹਾਨੂੰ ਲੱਗਦਾ ਹੈ ਕਿ ਸਰਕਾਰੀ ਤੰਤਰ ਕੰਮ ਕਰ ਰਿਹਾ ਹੈ ਜਾਂ ਆਪਣੀ ਸਟੇਟ ਕਰ ਰਿਹਾ ਜੀ? ਸਰਕਾਰੀ ਜੰਤਰ ਹੋ ਰਿਹਾ ਜੀ। ਸਰਕਾਰ ਦੇ ਇਸ਼ਾਰੇ ਉੱਤੇ ਸਟੇਟਮੈਂਟ ਆਈ ਹੈ। ਸਰਕਾਰ ਦੇ ਇਸ਼ਾਰੇ ਤੇ ਹੋ ਰਿਹਾ ਜੀ ਸਾਰਾ ਕੁਝ। ਤੇ ਕਲਾਕਾਰਾਂ ਦੇ ਸਹਿਯੋਗ ਨੂੰ ਤੁਸੀਂ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜੀ, ਬਹੁਤ ਵਧੀਆ ਕਰ ਰਹੀ ਆ। ਕੰਗਨਾ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਵਿਕ ਰਹੀ ਹੈ ਨਾ, ਤਾਂ ਜਨਾਨੀਆਂ ਨੂੰ ਕਹਿ ਰਹੇ 100 ਰੁਪਏ ਚ ਵਿਕ ਰਹੀਆਂ। ਅਸੀਂ ਕਿਉਂ ਵਿਕੂਗੀਆਂ? ਅਸੀਂ ਸਿੰਘਾਂ ਦੀਆਂ ਬੀਬੀਆਂ ਐ, ਕਿਸਾਨਾਂ ਦੀਆਂ। ਅਸੀਂ ਵਿਕਣ ਨੂੰ ਨਹੀਂ ਆਈਆਂ, ਅਸੀਂ ਆਪਣਾ ਹੱਕ ਮੰਗਣ ਆਈਆਂ। ਜੇ ਕੰਗਨਾ ਨੂੰ ਤੁਸੀਂ ਦੋ ਸ਼ਬਦਾਂ 'ਚ ਕੋਈ ਗੱਲ ਕਹਿਣੀ ਹੋਵੇ ਤਾਂ ਕੀ ਕਹੋਗੇ? ਐਸਾ ਕੰਗਣਾ ਨੂੰ ਚੁੱਪ ਕਰ ਜਾ, ਨਹੀਂ ਤਾਂ ਤੁਹਾਨੂੰ ਗੋਡਿਆਂ ਹੇਠ ਲੈ ਕੇ ਤੁਹਾਨੂੰ ਅਸੀਂ ਮਾਰੂਗੇ ਵੀ, ਪਿੱਟੂਗੇ ਡੰਡੇ ਲੈ ਕੇ। ਸੋ ਤੁਸੀਂ ਦੇਖਿਆ ਕਿ ਨਾਰਾਜ਼ਗੀ ਜ਼ਰੂਰ ਹੈਗੀ ਹੈ ਕੰਗਨਾ ਰਣੌਤ ਦੇ ਟਵੀਟ ਦੇ ਨਾਲ, ਤੇ ਇਸ ਕਰਕੇ ਨਾਰਾਜ਼ਗੀ ਹੈਗੀ ਹੈ ਕਿਉਂਕਿ ਜਿਹੜੇ ਲੋਕ ਹੈਗੇ ਨੇ ਉਹ ਆਪਣੀ ਹੱਕੀ ਮੰਗਾਂ ਦੇ ਲਈ ਸੰਘਰਸ਼ ਕਰ ਰਹੇ ਨੇ। ਉਹ ਸੰਘਰਸ਼ ਦੇ ਵਿੱਚ ਬੱਚੇ ਵੀ ਨੇ, ਬਜ਼ੁਰਗ ਵੀ ਨੇ, ਬੁੱਢੇ ਵੀ ਨੇ, ਨੌਜਵਾਨ ਵੀ ਨੇ, ਬੀਬੀਆਂ ਵੀ ਨੇ। ਤੇ ਇਸ ਕਰਕੇ ਦੂਜੇ ਪਾਸੇ ਇਹ ਵੀ ਲੋਕਾਂ ਦਾ ਕਹਿਣਾ ਹੈਗਾ ਕਿ ਬੀਜੇਪੀ ਦਾ ਜਿਹੜਾ ਆਈਟੀ ਸੈੱਲ ਹੈਗਾ ਉਹ ਜਾਣਬੁੱਝ ਕੇ ਅਜਿਹੀਆਂ ਹਰਕਤਾਂ ਕਰਵਾ ਰਿਹਾ ਹੈ, ਇਹ ਕਮੈਂਟਸ ਕਰਵਾ ਰਿਹਾ ਹੈ, ਤੇ ਜਿਸ ਦੇ ਨਾਲ ਤਾਂ ਜੋ ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਪਰ ਜੇ ਅੱਜ ਭਾਰਤ ਬੰਦ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚੋਂ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਜ਼ਰੂਰ ਮਿਲਿਆ। ਹੋਰ ਵੀ ਗੱਲਾਂ ਬਾਤਾਂ ਕਰਾਂਗੇ, ਆਓ ਚੱਲਦੇ ਹਾਂ। PSU ਲਲਕਾਰ ਦੀ ਮੈਂਬਰ ਅਮਨਦੀਪ ਵੀ ਇਸ ਵੇਲੇ ਸਾਡੇ ਨਾਲ ਮੌਜੂਦ ਹੈ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਅਮਨ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਤੁਸੀਂ ਹੁਣ ਤੱਕ ਦੇ ਕਿਸਾਨੀ ਸੰਘਰਸ਼ ਨੂੰ ਕਿਵੇਂ ਦੇਖਦੇ ਹੋ? ਹੁਣ ਤੱਕ ਕੀ ਕੁਝ ਬਦਲਿਆ? ਜਦੋਂ ਤੱਕ ਤਾਂ ਇਹ ਪੰਜਾਬ ਦੇ ਵਿੱਚ ਲੋਕ ਬੈਠੇ ਹੋਏ ਸੀਗੇ ਤਾਂ ਕਿਸੇ ਮੀਡੀਆ ਵਾਲੇ ਨੂੰ, ਕਿਸੇ ਸਰਕਾਰਾਂ ਨੂੰ ਕੋਈ ਮਤਲਬ ਨਹੀਂ ਸੀਗਾ ਵੀ ਲੋਕ ਕੀ ਕਰ ਰਹੇ ਨੇ, ਲੋਕਾਂ ਦੀਆਂ ਅਸਲ ਮੰਗਾਂ ਕੀ ਨੇ। ਤੇ ਹੁਣ ਜਦੋਂ ਉੱਥੇ ਦਿੱਲੀ ਦੀਆਂ ਬਰੂਹਾਂ ਤੇ ਪਹੁੰਚਿਆ ਹੋਇਆ ਤਾਂ ਜਿਹੜੀ ਉਹ 56 ਇੰਚ ਦਾ ਸੀਨਾ ਕਹਿੰਦਾ ਸੀ ਉਹਨੂੰ ਮੈਂ 1 ਇੰਚ ਪਿੱਛੇ ਨਹੀਂ ਹਟਣਾ, ਉਹ 4 ਵਾਰ ਹੁਣ ਤੱਕ ਟੇਬਲ ਟਾਕ ਕਰ ਚੁੱਕਿਆ ਹੈ। ਉਹ 1 ਇੰਚ ਪਿੱਛੇ ਕਰਕੇ ਇੰਨਾ ਪਿੱਛੇ ਹੋ ਚੁੱਕਿਆ ਵਾ, ਉਹਨੂੰ ਸਮਝ ਆ ਰਹੀ ਹੈ ਵੀ ਅੱਜ ਲੋਕਾਂ ਦਾ ਹੜ ਕੀ ਹੁੰਦਾ ਹੈ। ਤੇ ਲੋਕ ਜਦੋਂ ਆਪਣੀ ਅੜੀ ਤੇ ਆ ਜਾਣ, ਲੋਕ ਜਦੋਂ ਆਪਣੇ ਹੱਕ ਮੰਗਾਂ ਲੈਣ ਆ ਜਾਣ, ਤਾਂ ਉਹਨਾਂ ਲੋਕਾਂ ਦੇ ਸਾਹਮਣੇ ਇਹ ਸਾਰੀਆਂ ਜਿਹੜੀਆਂ ਵੱਡੀਆਂ ਵੱਡੀਆਂ ਕੁਰਸੀਆਂ ਨੇ, ਇਹ ਸਾਰੇ ਜਿਹੜੀ ਵੱਡੀਆਂ ਵੱਡੀਆਂ ਸਰਕਾਰਾਂ ਨੇ ਫੇਲ ਹੋ ਜਾਂਦੀਆਂ। ਤਾਂ ਅੱਜ ਉਹੀ ਨਜ਼ਰ ਆ ਰਿਹਾ, ਉਹ ਚਿੰਤਾ, ਉਹ ਬਾਰ-ਬਾਰ ਜਿਹੜੀਆਂ ਟੇਬਲ ਟਾਕਸ ਦੇ ਵਿੱਚ ਅੱਗੇ ਪਿੱਛੇ ਜਾਣ ਵਾਲੀਆਂ ਜਿਹੜੀਆਂ ਗੱਲਾਂ ਨੇ ਵੀ ਅਸੀਂ ਸਾਰੀਆਂ ਸੋਧਾਂ ਕਰ ਦਾਂਗੇ ਜਿੰਨੀਆਂ ਕਹੋਗੇ, ਬਸ ਕਾਨੂੰਨ ਮਿਹਨਤਾਂ ਕਰਦੇ ਹੋ ਨਾ ਵਾਪਸ ਕਰਾਓ ਸਾਡੇ ਤੋਂ। ਹੁਣ ਮਿਹਨਤਾਂ ਕਰ ਰਹੇ ਨੇ ਅਸਲ ਵਿੱਚ ਵੀ। ਤੁਸੀਂ ਮੀਡੀਆ ਦੀ ਗੱਲ ਕੀਤੀ ਹੈ, ਲੇਕਿਨ ਜਦੋਂ ਕਿਸਾਨ ਸੜਕਾਂ ਉੱਤੇ ਬੈਠੇ ਹੋਏ ਸੀ, ਜਿਹੜਾ ਮੀਡੀਆ ਹੈਗਾ ਸੀਗਾ, ਖੇਤਰੀ ਵੀ ਮੀਡੀਆ, ਅਸੀਂ ਤਾਂ ਖੁਦ ਕਵਰੇਜ ਕਰਦੇ ਰਹੇ ਹਾਂ। ਅਸੀਂ ਤਾਂ ਹੋਰ ਵੀ ਜਿਹੜੇ ਚੈਨਲ ਸੀ ਉਹਨਾਂ ਨੇ ਪੂਰੀ ਤਵੱਜੋ ਦਿੱਤੀ ਹੈ।
ਇਸ ਅੰਦੋਲਨ? ਮੀਡੀਆ ਦੇ ਵਿੱਚ ਮੈਂ ਗੋਦੀ ਮੀਡੀਆ ਦੀ ਗੱਲ ਕਰ ਰਹੀ ਹਾਂ। ਉਹ ਮੀਡੀਆ ਜਿਹੜਾ ਅੱਜ ਵੀ ਇਸ ਪੂਰੇ ਦੇ ਪੂਰੇ ਅੰਦੋਲਨ ਨੂੰ ਬਦਨਾਮ ਕਰਨ ਤੇ ਲੱਗਿਆ ਹੋਇਆ, ਜਿਹਦਾ ਮਕਸਦ ਸਿਰਫ ਇੰਨਾ ਰਹਿ ਗਿਆ ਵੀ ਲੋਕ ਜਿਹੜੇ ਲੜ ਰਹੇ ਨੇ, ਲੋਕਾਂ ਦੀਆਂ ਕੀ ਮੰਗਾਂ ਨੇ, ਉਹਨਾਂ ਨੂੰ ਲੋਕਾਂ ਤੱਕ ਤੁਹਾਨੂੰ ਲੈ ਕੇ ਜਾਣਾ ਚਾਹੀਦਾ ਵਾ। ਪਰ ਅਸਲ ਉਹਨਾਂ ਦਾ ਮਕਸਦ ਕੀ ਹੈ ਵੀ CA/NRC ਦੇ ਪ੍ਰੋਟੈਸਟ ਹੁੰਦੇ ਆ ਜੀ, ਉਹਨਾਂ ਨੂੰ ਇੱਕ ਟੈਗ ਮੜ ਦਿਓ ਤੁਸੀਂ ਚੱਕ ਕੇ। ਕਸ਼ਮੀਰੀ ਕੁਝ ਬੋਲਦੇ ਨੇ, ਉਹਨਾਂ ਨੂੰ ਇੱਕ ਟੈਗ ਮੜ ਦਿਓ। ਅੱਜ ਜੇ ਲੋਕ ਉੱਠੇ ਨੇ ਤਾਂ ਉਹਨਾਂ ਨੂੰ ਤੁਸੀਂ ਅੱਤਵਾਦੀ, ਖਾਲਸਤਾਨੀ ਕਿਸੇ ਵੀ ਤਰ੍ਹਾਂ ਦਾ ਟੈਗ ਮੜ ਦਿਓ। ਸਿਰਫ ਇਹ ਅੱਜ ਉਹਨਾਂ ਦਾ ਮਕਸਦ ਰਹਿ ਗਿਆ ਵੀ ਸਰਕਾਰ ਦੇ ਹੱਕ ਦੇ ਵਿੱਚ ਅਸੀਂ ਇੱਕ ਲਹਿਰ ਜੀ ਪੈਦਾ ਕਰਨੀ ਆ, ਅਸੀਂ ਉਹਨਾਂ ਦੇ ਭੌਂਪੂ ਬਣ ਕੇ ਬੋਲਣਾ। ਮੀਡੀਆ ਵਜੋਂ ਉਹਨਾਂ ਦਾ ਨਾ ਉਹ ਹੋਣਾ ਹੀ ਨਹੀਂ ਚਾਹੀਦਾ। ਅਸਲ ਵਿੱਚ ਉਹ ਮੀਡੀਆ ਵਜੋਂ ਆਪਦੀ ਸਾਰੀ ਦੀ ਸਾਰੀ ਜਿਵੇਂ ਕਹਿ ਦਈਏ ਵੀ ਸਭ ਕੁਝ ਖਤਮ ਗਵਾ ਚੁੱਕੇ ਨੇ। ਉਹ ਆਪਣਾ ਵਿਸ਼ਵਾਸ ਆ ਲੋਕਾਂ ਦੇ ਵਿੱਚੋਂ ਉਹ ਖਤਮ ਹੋ ਚੁੱਕਿਆ। ਉਹ ਗੋਦੀ ਮੀਡੀਆ ਨੂੰ ਅੱਜ ਅਟੈਕ ਕਰ ਰਹੇ ਆ ਵੀ ਉਹ ਅੱਜ ਵੀ ਇਸ ਲੋਕ ਅੰਦੋਲਨ ਨੂੰ, ਲੋਕ ਲਹਿਰਾਂ ਨੂੰ ਬਦਨਾਮ ਕਰਨ ਤੇ ਲੱਗਿਆ ਹੋਇਆ। ਸਰਕਾਰਾਂ ਤੋਂ ਕਰੋੜਾਂ ਰੁਪਈਆ ਖਾ ਕੇ ਅੰਬਾਨੀ ਅਡਾਨੀ ਦੀਆਂ ਗੋਦੀਆਂ ਦੇ ਵਿੱਚ ਬਹਿ ਕੇ ਅੱਜ ਉਹ ਇਸੇ ਲਈ ਗੋਦੀ ਮੀਡੀਆ ਉਹਦਾ ਨਾਮ ਹੈ ਜੀ। ਅਮਨ ਜੀ, ਆਪਾਂ ਗੱਲ ਕਰੀਏ 6 ਸਾਲ ਦੇ 6.5 ਸਾਲ ਦੇ ਇਤਿਹਾਸ ਦੇ ਨਰਿੰਦਰ ਮੋਦੀ ਦੇ ਕਾਰਜ ਪ੍ਰਣਾਲੀ, ਉਹਨਾਂ ਨੇ ਜਿਹੜੇ ਕਦਮ ਚੁੱਕੇ ਨੇ ਉਹ ਅੱਗੇ ਵਧਾਏ ਨੇ, ਪਿੱਛੇ ਨੂੰ ਨਹੀਂ ਹਟੇ। ਉਹ ਧਾਰਾ 370 ਦਾ ਹੋ ਗਿਆ, NCR ਦਾ ਹੋ ਗਿਆ, ਆਪਾਂ ਦੇਖੇ 3 ਤਲਾਕ ਦਾ ਮਾਮਲਾ ਹੋਵੇ ਜਾਂ ਰਾਮ ਮੰਦਰ ਦਾ ਮਾਮਲਾ ਹੋਵੇ, ਨੋਟਬੰਦੀ ਵੀ ਆਪਾਂ ਦੇਖੀ ਹੈ। ਇਹ ਮੰਨਿਆ ਜਾਂਦਾ ਕਿ ਜੋ ਸਰਕਾਰ ਨੇ ਫੈਸਲਾ ਕਰ ਲਿਆ ਉਹ ਸਰਕਾਰ ਕਦੇ ਪਿੱਛੇ ਨਹੀਂ ਹਟਦੀ। ਕੱਲ 9 ਦਸੰਬਰ ਨੂੰ ਦੁਬਾਰਾ ਬੈਠਕ ਹੈਗੀ ਹੈ। ਇਸ ਵਾਰ ਜਿਹੜੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਪੰਜਾਬ ਦੀ ਤਾਰੀਫ ਹੋ ਰਹੀ ਹੈ, ਪੰਜਾਬ ਦੇ ਕਿਸਾਨਾਂ ਦੀ ਤਾਰੀਫ ਹੋ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਵੀ ਕਿਸਾਨ ਉੱਥੇ ਪਹੁੰਚ ਰਹੇ ਨੇ ਕਿ ਪੰਜਾਬ ਨੇ ਪੂਰੀ ਦੁਨੀਆ ਦੇਸ਼ ਨੂੰ ਜਗਾ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਹੁਣ ਜਿਹੜੀ ਸਰਕਾਰ ਹੈਗੀ ਹੈ ਉਹ ਪੈਰ ਪਿੱਛੇ ਖਿੱਚੇਗੀ ਜਾਂ ਹਾਲੇ ਵੀ ਆਪਣੇ ਅੜੀ ਉੱਤੇ ਅੜੀ ਰਹੇਗੀ? ਹੁਣ ਤੱਕ ਸਰਕਾਰ ਕਹਿ ਰਹੀ ਸੀ ਨਾ ਵੀ ਅਸੀਂ ਕਦਮ ਪਿੱਛੇ ਨਹੀਂ ਕਰਦੇ। ਹੁਣ ਲੋਕਾਂ ਦੇ ਕਦਮ ਉਹਨਾਂ ਨੇ ਦੇਖ ਲਏ। ਸਾਡੇ ਕਦਮ ਉਹਨਾਂ ਤੋਂ ਜ਼ਿਆਦਾ ਮਜ਼ਬੂਤ ਨੇ, ਸਾਡੇ ਕਦਮਾਂ 'ਚ ਉਹਨਾਂ ਤੋਂ ਵੱਧ ਜਾਨ ਹੈ। ਅਸੀਂ ਭਗਤ ਸਰਾਭੇ ਦੇ ਉਸ ਵਾਰਸ ਹਾਂ ਜਿਨ੍ਹਾਂ ਨੇ ਇੱਥੇ ਵੱਡੇ ਵੱਡੇ ਅੰਗਰੇਜ਼ਾਂ ਨੂੰ ਭਾਜਣਾ ਪਾਤੀਆਂ ਸੀ, ਜਿਹੜੇ ਬਾਹਰੋਂ ਆ ਕੇ ਗਦਰ ਮਚਾ ਕੇ ਗਏ ਨੇ। ਤੇ ਜਦੋਂ ਹੁਣ ਸਾਡੇ ਕਦਮ ਉੱਠੇ ਨੇ ਤਾਂ ਫਿਰ ਅਸੀਂ ਤਾਂ ਪਿੱਛੇ ਹਟਦੇ ਨਹੀਂ। ਸਰਕਾਰਾਂ ਭਾਵੇਂ ਲਾਉਣੀਆਂ ਪੈ ਜਾਣ, ਚਾਹੇ ਜੋ ਮਰਜ਼ੀ ਕਰਨਾ ਪੈ ਜਾਏ। ਇਸੇ ਕਰਕੇ ਆਖਰੀ ਮੀਟਿੰਗ ਦੇ ਵਿੱਚ ਵੀ ਇਹੀ ਗੱਲ ਹੋਈ ਆ ਵੀ ਹੁਣ ਸਵਾਲ ਸਿਰਫ ਹਾਂ ਜਾਂ ਨਾ ਕਰੋ। ਤੁਸੀਂ ਆਪਣੇ ਵੱਲੋਂ ਹੈ ਵੀ ਜਾਂ ਤਾਂ ਤੁਸੀਂ ਆਪਦੀ ਫੋਰਸ ਵਰਤ ਕੇ ਦੇਖ ਲਓ, ਫਿਰ ਜਾਂ ਤਾਂ ਲਾਸ਼ਾਂ ਤੋਰੋ ਸਾਡੀਆਂ ਇੱਥੋਂ, ਜਾਂ ਫਿਰ ਇੱਥੇ ਅੜੇ ਖੜੇ ਆ ਤੇ ਅਸੀਂ ਇਹ ਕਾਲੇ ਕਾਨੂੰਨ ਵਾਪਸ ਕਰਾਵਾਂਗੇ। ਇਸ ਕਰਕੇ ਲੋਕਾਂ ਦਾ ਜਿਗਰਾ ਵੱਡਾ ਹੈ, ਲੋਕਾਂ ਦਾ ਫੋਰਸ ਪਹਿਲਾਂ ਵੀ ਵਰਤੀ ਜਾ ਚੁੱਕੀ ਹੈ। ਜੰਮੂ ਕਸ਼ਮੀਰ ਦੇ ਵਿੱਚ ਆਪਾਂ ਦੇਖੀਏ ਉੱਥੇ ਫੌਜ ਦਾ ਇਸਤੇਮਾਲ ਕੀਤਾ ਗਿਆ, ਲੋਕਾਂ ਨੂੰ ਘਰਾਂ ਦੇ ਵਿੱਚ ਕੈਦ ਕਰ ਦਿੱਤਾ ਗਿਆ। ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਦਾ ਜਿਹੜਾ ਅੰਦੋਲਨ ਹੈਗਾ ਇਹ ਸਰਕਾਰ ਜਿਹੜੀ ਹੈਗੀ ਹੈ ਲੋਕਾਂ ਦੀ ਆਵਾਜ਼ ਨੂੰ ਦਬਾ ਸਕੇਗੀ? ਲੋਕਾਂ ਦੀ ਆਵਾਜ਼ ਨੂੰ ਦਬਾਉਣਾ, ਜਿਵੇਂ ਕਸ਼ਮੀਰ ਦੇ ਵਿੱਚ ਤਾਂ ਮਸਲਾ ਹੋ ਰਿਹਾ ਨਾ, ਕਸ਼ਮੀਰ ਦੇ ਵਿੱਚ ਤਾਂ ਸਾਰਾ ਮੀਡੀਆ ਪਿਛਲੇ 70 ਸਾਲ ਤੋਂ ਇਹੀ ਦੱਸਣ ਲੱਗਿਆ ਹੋਇਆ ਵਾ, ਲੰਬੇ ਸਮੇਂ ਤੋਂ ਵੀ ਭਾਈ ਉਹ ਤਾਂ ਕਸ਼ਮੀਰੀ ਨੇ, ਅੱਤਵਾਦੀ ਨੇ, ਮੁਸਲਮਾਨ ਨੇ, ਤੇ ਉਹ ਅੱਜ ਵੀ ਇੱਕ ਖੁੱਲੀ ਜੇਲ੍ਹ ਦੇ ਵਿੱਚ ਤਬਦੀਲ ਕੀਤਾ ਹੋਇਆ। ਤੇ ਸਾਡੇ ਇਹ ਹਾਲਾਤ ਵੀ ਤਾਂ ਬਣੇ ਨੇ ਕਿਉਂਕਿ ਪਹਿਲਾ ਟਾਰਗੇਟ ਕਸ਼ਮੀਰ ਸੀ। ਜੇ ਅਸੀਂ ਕਸ਼ਮੀਰ ਵੇਲੇ ਜਾਗੇ ਹੁੰਦੇ, ਬੋਲੇ ਹੁੰਦੇ ਤਾਂ ਸਾਡੇ ਘਰਾਂ ਦੇ ਵਿੱਚ ਅੱਜ ਇਹ ਹਾਲ ਨਾ ਹੁੰਦੇ। ਇਸ ਕਰਕੇ ਅੱਜ ਉਹ ਵੀ ਮਸਲਾ ਸਾਡੇ ਨਾਲ ਆ ਵੀ ਅਸੀਂ ਮਿਲ ਕੇ ਹਜੇ ਉਹਨਾਂ ਦੇ ਨਾਲ ਵੀ ਮਿਲ ਕੇ ਲੜਾਈਆਂ ਲੜਨੀਆਂ ਨੇ। ਇਹ ਸਰਕਾਰ ਜੋ ਕਸ਼ਮੀਰ ਦੇ ਵਿੱਚ ਜੋ ਕੀਤਾ ਉਹ ਇੱਥੇ ਕਰਨਾ ਅੱਜ ਦੀ ਡੇਟ ਦੇ ਵਿੱਚ ਔਖਾ ਹੈ, ਪਰ ਜੇ ਇਹ ਕਰਦੀ ਹੈ ਤਾਂ ਇਹ ਸਰਕਾਰ ਆਪਦੀਆਂ ਕਬਰਾਂ ਆਪ ਪੁੱਟੂਗੀ। ਇੱਥੋਂ ਦੇ ਜਿਹੜੇ ਲੋਕ ਨੇ ਫਿਰ ਉਹਨਾਂ ਦੇ ਸੰਘਰਸ਼ ਵੀ ਉਹਨਾਂ ਨੇ ਵੀ ਦੇਖੇ ਆ। ਖੱਟਰ ਸਰਕਾਰ ਨੇ ਵੀ ਰੋਕਾਂ ਲਾ ਕੇ ਦੇਖ ਲੀਆਂ, ਬੰਦਸ਼ਾਂ ਲਾ ਕੇ ਦੇਖ ਲੀਆਂ, ਪਾਣੀ ਦੀਆਂ ਤੋਪਾਂ ਚਲਾ ਕੇ ਦੇਖ ਲੀਆਂ, ਪਰ ਲੋਕਾਂ ਨੇ ਵੱਡੇ ਜਿਗਰੇ ਦੇ ਨਾਲ ਉਹਦਾ ਸਾਹਮਣਾ ਕੀਤਾ। ਉਹਨਾਂ ਦੇ ਲੋਕਾਂ ਦਾ ਹੜ੍ਹ ਵਹਾ ਕੇ ਲੈ ਗਿਆ। ਤੇ ਹੁਣ ਵੀ ਸਰਕਾਰ ਲਈ ਬਹੁਤ ਭਾਰੀ ਪਊਗਾ ਜੇ ਕਿਸੇ ਵੀ ਤਰ੍ਹਾਂ ਦਾ ਉਹ ਬਲ ਇੱਥੇ ਇਸਤੇਮਾਲ ਕਰਦੀ ਹੈ ਤਾਂ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਜਦੋਂ ਟਵੀਟ ਆਇਆ ਤੇ ਇੱਥੇ ਹਾਈ ਕਮਿਸ਼ਨਰ ਨੂੰ ਉਹਨਾਂ ਦੇ ਤਲਬ ਕਰ ਲਿੱਤਾ ਗਿਆ ਕਿ ਤੁਸੀਂ ਸਾਡੇ ਦੇਸ਼ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਦੇ ਰਹੇ ਹੋ ਤੇ ਤੁਸੀਂ ਭਾਰਤ ਦੀ ਕਾਰਵਾਈ ਨੂੰ ਇਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਰਕਾਰ ਦਾ ਕਹਿਣਾ ਸਾਡਾ ਅੰਦਰੂਨੀ ਮਾਮਲਾ ਹੈ। ਸਰਕਾਰ ਦੇਖੋ, ਜਦੋਂ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਹੈ ਨਾ, ਉਦੋਂ ਕੋਈ ਅੰਦਰੂਨੀ ਮਾਮਲਾ ਨਹੀਂ ਰਹਿ ਜਾਂਦਾ। ਇੱਥੇ ਤੁਸੀਂ ਲੋਕਾਂ ਦੇ ਸਾਰੇ ਹੱਕ ਕੁਚਲ ਰਹੇ ਹੋ ਤੇ ਜਿਹੜਾ ਉਹਦੇ ਵਿਰੋਧ ਦੇ ਵਿੱਚ ਆਵਾਜ਼ ਦਿੰਦਾ ਵਾ ਤੁਸੀਂ ਉਹਨੂੰ ਹਰੇਕ ਤਰ੍ਹਾਂ ਦਾ ਟੈਗ ਮੜਨ ਦੇ ਲਈ ਤਿਆਰ ਹੋ ਜਾਂਦੇ ਹੋ। ਇਸ ਕਰਕੇ ਕੋਈ ਅੰਦਰੂਨੀ ਮਸਲਾ ਨਹੀਂ, ਇਹ ਲੋਕਾਂ ਦੇ ਹੱਕ ਦਾ ਮਸਲਾ ਤੇ ਇਹ ਪੂਰੀ ਦੁਨੀਆ ਦੇ ਵਿੱਚ ਲੋਕਾਂ ਦੇ ਹੱਕ ਦਾ ਮਸਲਾ ਹੈ। ਇਸ ਕਰਕੇ ਚੰਗੀ ਗੱਲ ਹੈ, ਸਵਾਗਤਯੋਗ ਹੈ ਜੇ ਕੋਈ ਵੀ ਅੱਜ ਇਸ ਦੇ ਹੱਕ ਦੇ ਵਿੱਚ ਬੋਲਦਾ ਹੈ। ਤੇ ਇਹ ਸਰਕਾਰਾਂ ਦਾ ਬਸ ਮਤਲਬ ਸਰਕਾਰਾਂ ਕੋਲ ਕਹਿਣ ਨੂੰ ਕੋਈ ਜਵਾਬ ਨਹੀਂ ਹੈਗਾ। ਜੋ ਅੱਜ ਬਾਹਰੋਂ ਕਿਤੋਂ ਵੀ ਕੋਈ ਵੀ ਆਵਾਜ਼ਾਂ ਉੱਠ ਰਹੀਆਂ ਨੇ ਉਹਨਾਂ ਨੂੰ ਬੰਦ ਕਰਨ ਦੇ ਲਈ, ਇਸ ਕਰਕੇ ਉਹ ਜਵਾਬ ਸਿਰਫ ਇੰਨਾ ਹੀ ਦਿੰਦੇ ਨੇ, ਭਾਈ ਅਸੀਂ ਆਪਣਾ ਆਪੇ ਸਾਂਭ ਲਾਂਗੇ। ਜਦੋਂ ਅੰਦਰੂਨੀ ਲੋਕ ਵੀ ਇਹ ਕਹੀ ਜਾਂਦੇ ਵੀ ਭਾਈ ਅੰਦਰੂਨੀ ਮਸਲਾ ਤੁਹਾਡਾ ਕੱਲਿਆਂ ਦਾ ਬੈਠੇ ਪਾਰਲੀਮੈਂਟ ਦੇ ਵਿੱਚ ਥੋੜ੍ਹਾ ਹੈ, ਇਹ ਸਾਡਾ ਮਸਲਾ ਹੈ, ਅਸੀਂ ਆਪਣੇ ਮਸਲੇ ਨਜਿੱਠਣ ਜਾਣਦੇ ਤੇ ਕਾਨੂੰਨ ਵਾਪਸ ਕਰੋ, ਇਹ ਸਾਡੇ ਲੋਕਾਂ ਦੇ ਵਿਰੋਧੀ ਨੇ, ਤਾਂ ਸਰਕਾਰ ਬਸ ਅੜੀ ਹੋਈ ਹੈ। ਉਹ ਇੱਕ ਵੱਡਾ ਰੋੜਾ ਇਹ ਵੀ ਹੈ ਨਾ ਵੀ RSS ਪਿਛਲੇ 100 ਸਾਲ ਤੋਂ ਇੱਕ ਪ੍ਰੋਜੈਕਟ ਦੇ ਤਹਿਤ ਕੰਮ ਕਰ ਰਹੀ ਹੈ। RSS ਦਾ ਇੱਕ ਹੈ ਵੀ ਅਸੀਂ ਇੱਥੇ ਹਿੰਦੂ ਰਾਸ਼ਟਰ ਬਣਾਉਣਾ, ਅਖੌਤੀ ਹਿੰਦੂ ਰਾਸ਼ਟਰ ਬਣਾਉਣਾ ਹੈ। ਉਹਦੇ ਤਹਿਤ ਜੇ ਹੁਣੇ ਇੱਕ ਪੈਰ ਪਿੱਛੇ ਵੀ ਚੱਕਦੇ ਆ ਨਾ ਫਿਰ ਇਹਨਾਂ ਲਈ ਬਹੁਤ ਔਖਾ ਹੋਊਗਾ, ਕਿਉਂਕਿ ਹੁਣ ਤਾਂ ਕਰੋਨਾ ਦਾ ਬਹਾਨਾ ਮਿਲਿਆ ਹੋਇਆ ਸੀ। ਜਿਹੜੇ ਆ 3 ਖੇਤੀ ਕਾਨੂੰਨ ਨੇ ਇਹਨਾਂ ਨੂੰ ਰਾਜ ਸਭਾ ਦੇ ਵਿੱਚ ਪਾਸ ਕਰਨ ਲਈ ਇਹਨਾਂ ਨੇ ਜਿਹੜੀ ਮਾੜੀ ਮੋਟੀ ਜਮਹੂਰੀਅਤ ਹੈ, ਜਿਹੜਾ ਸੰਸਦੀ ਡਰਾਮਾ ਹੈ ਮਾੜਾ ਮੋਟਾ, ਉਹਨੂੰ ਵੀ ਛਿੱਕੇ ਟੰਗਤਾ। ਬਹੁਤ ਔਖੇ ਤਰੀਕੇ ਨਾਲ
ਨਾਲ ਪਾਸ ਹੋਏ ਨੇ। ਹੁਣ ਦੁਬਾਰਾ ਇਹਨਾਂ ਦੇ ਲਈ ਬਹੁਤ ਔਖਾ ਹੋ ਜਾਊਗਾ ਇਹੋ ਜਿਹੇ ਕਾਨੂੰਨ ਦੁਬਾਰਾ ਜੇ ਪਾਸ ਕਰਾਉਣੇ। ਕੱਲ ਰਾਜੇਵਾਲ ਸਾਹਿਬ ਹੋਰਾਂ ਦਾ ਬਿਆਨ ਆਉਂਦਾ ਹੈ ਕਿ ਦਿੱਲੀ ਦੇ ਵਿੱਚ ਕੁਝ ਤਾਕਤਾਂ ਜਿਹੜੀ ਹੈਗੀਆਂ ਨੇ ਉਹ ਇੱਕ ਵੱਖਰਾ ਮੰਚ ਚਲਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਕਿਸੇ ਟਾਈਮ ਉਹ ਕਿਸਾਨਾਂ ਦੇ ਨਾਲ ਹੀ ਖੜੀਆਂ ਸਨ, ਉਹਨਾਂ ਦੇ ਕੁਝ ਕਲਾਕਾਰਾਂ ਦੇ ਵੀ ਨਾਮ ਉਹਨਾਂ ਨੇ ਲੈ ਨਹੀਂ, ਪਰ ਅੰਦਰ ਖਾਤੇ ਜਿਹੜੀ ਖਬਰਾਂ ਹੈਗੀਆਂ ਨੇ ਉਹ ਹੈਗੇ ਨੇ। ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਸਟੇਜ ਤੋਂ ਸੰਬੋਧਨ ਨਹੀਂ ਕਰਨ ਦਿੱਤਾ ਗਿਆ, ਅਸੀਂ ਆਪਣਾ ਵੱਖਰਾ ਮੰਚ ਲਾਵਾਂਗੇ। ਤੁਸੀਂ ਕੀ ਕਹਿਣਾ ਚਾਹੋਗੇ ਇਸ ਮੁੱਦੇ ਦੇ ਉੱਤੇ? ਕੀ ਵੱਖਰਾ ਮੰਚ ਲਾਉਣਾ ਚਾਹੀਦਾ ਹੈ ਉਹਨਾਂ ਬੰਦਿਆਂ ਨੂੰ, ਜਾਂ ਉਸੇ ਮੰਚ ਦੇ ਵਿੱਚ ਹੀ ਇਕਜੁੱਟਤਾ ਬਣਾ ਕੇ ਰੱਖਣੀ ਚਾਹੀਦੀ ਹੈ? ਮੈਨੂੰ ਲੱਗਦਾ ਵੀ ਜਿਹੜੇ ਵੀ ਇੱਥੇ ਵੀ ਅੱਜ ਹੁਣ ਨਾ ਸਿਆਸੀ ਲੀਡਰ ਪਹੁੰਚੇ ਹੋਏ ਸੀਗੇ, ਕਿਤੇ ਵੀ ਹੈ ਸਿਆਸੀ ਲੀਡਰ ਬਹੁਤੇ ਇਹੋ ਜਿਹੇ ਲੋਕ ਵੀ ਨੇ, ਇਹੋ ਜਿਹੇ ਤੱਤ ਵੀ ਨੇ ਜਿਹੜੇ ਸਿਰਫ ਆਪਦੀਆਂ ਸਿਆਸੀ ਰੋਟੀਆਂ ਸੇਕਣ ਲਈ, ਆਪਦਾ ਲਾਹਾ ਲੈਣ ਲਈ ਜਾਂ ਆਪਦੇ ਨਾਮ ਚਮਕਾਉਣ ਲਈ ਅੱਗੇ ਆ ਰਹੇ ਨੇ। ਉਸ ਤੋਂ ਵੱਧ ਕੇ ਉਹਨਾਂ ਨੂੰ ਲੋਕਾਂ ਦੀਆਂ ਅਸਲ ਮੰਗਾਂ ਤੱਕ ਕੋਈ ਮਕਸਦ ਨਹੀਂ ਹੈਗਾ। ਇਸ ਕਰਕੇ ਜਿਹੜੇ ਉੱਥੇ ਇਸ ਵੇਲੇ ਚੱਲ ਰਹੇ ਨੇ ਸੰਘਰਸ਼, ਚੰਗੀ ਗੱਲ ਹੈ ਵੀ ਉਹ ਸਰਕਾਰ ਨੇ ਇੰਨੀਆਂ ਕੋਸ਼ਿਸ਼ਾਂ ਕੀਤੀਆਂ, ਇੰਨੇ ਤੱਤ ਵੀ ਅੰਦਰ ਭੇਜੇ ਨੇ ਉਹਨੂੰ ਤਾਰੋ ਪੀੜ ਕਰਨ ਦੀ, ਬਹੁਤ ਕੁਛ ਕੀਤਾ ਹੈ, ਪਰ ਅਨੁਸ਼ਾਸਨ ਦੇ ਵਿੱਚ ਉੱਥੇ ਲੋਕ ਡਟੇ ਹੋਏ ਨੇ ਉਸ ਬਰੂਹਾਂ ਦੇ ਉੱਤੇ, ਤੇ ਇਹ ਸਵਾਗਤਯੋਗ ਹੈ। ਉਹ ਸੰਘਰਸ਼ ਜਿਵੇਂ ਲੜੇ ਜਾ ਰਹੇ ਨੇ ਮੈਨੂੰ ਲੱਗਦਾ ਚੰਗੇ ਆ, ਤੇ ਜਿਹੜੇ ਇਹੋ ਜਿਹੇ ਮੌਕਾ ਪ੍ਰਸਤ ਬੰਦਿਆਂ ਨੇ ਉਹਨਾਂ ਨੂੰ ਪਾਸੇ ਹੀ ਕਰ ਦੇਣਾ ਚਾਹੀਦਾ, ਉਹ ਜ਼ਿਆਦਾ ਵਧੀਆ ਗੱਲ ਹੈ। ਮੌਕਾ ਪ੍ਰਸਤਾਂ ਨੂੰ ਪਾਸੇ ਕਰਨਾ ਚਾਹੀਦਾ ਹੈ। ਸੋ ਔਰਤਾਂ ਦੀ ਵੱਡੀ ਸ਼ਮੂਲੀਅਤ ਰਹੀ ਹੈ ਇਸ ਅੰਦੋਲਨ ਦੇ ਵਿੱਚ। ਸਾਡੀਆਂ ਮਾਵਾਂ ਭੈਣਾਂ ਤੇ ਜਿਹੜੇ ਸਾਡੇ ਬਜ਼ੁਰਗ ਹੈਗੇ ਨੇ ਉਹ ਵੀ ਉੱਥੇ ਬੈਠੇ ਨੇ, ਨੌਜਵਾਨ ਵੀ ਉੱਥੇ ਨੇ, ਬੱਚੇ ਵੀ ਉੱਥੇ ਹੈਗੇ ਨੇ। ਦਿੱਲੀ ਦੀਆਂ ਸਰਹੱਦਾਂ ਜਾਮ ਕੀਤੀਆਂ ਹੋਈਆਂ ਨੇ। ਸੋ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਔਰਤਾਂ ਦੀ ਸ਼ਮੂਲੀਅਤ ਹੈਗੀ ਹੈ ਇਸ ਧਰਨੇ ਦੇ ਵਿੱਚ, ਇਸ ਅੰਦੋਲਨ ਦੇ ਵਿੱਚ, ਉਸ ਨਾਲ ਕੀ ਅਸਰ ਜਾਂਦਾ, ਕੀ ਪ੍ਰਭਾਵ ਪੈਂਦਾ ਹੈ? ਪ੍ਰਭਾਵ ਇਹੀ ਹੈ ਵੀ ਜੇ ਦੇਸ਼ ਦੀ ਅੱਧੀ ਆਬਾਦੀ ਔਰਤਾਂ ਨੇ, ਜੇ ਅਸੀਂ ਅੱਧੀ ਆਬਾਦੀ ਨੂੰ ਘਰੇ ਬਾਂਧਾਂਗੇ ਨਾ, ਸੱਤਾ ਆਪੇ ਹੀ ਅੱਧਾ ਦਾ ਉਹ ਜੰਗ ਪਹਿਲਾਂ ਹੀ ਜਿੱਤ ਜਾਂਦੇ ਨੇ। ਇਸ ਕਰਕੇ ਉਹਨਾਂ ਔਰਤਾਂ ਦੇ ਲਈ ਵੀ ਇਹ ਸਾਰੀਆਂ ਜਿਹੜੇ ਕਾਨੂੰਨ ਨੇ ਇਹ ਸਾਰੇ ਦੇ ਸਾਰੇ ਮਾਰੂ ਸਾਰੀ ਦੀ ਸਾਰੀ ਆਬਾਦੀ ਦੇ ਲਈ ਆ। ਅੱਜ ਉਹਨਾਂ ਔਰਤਾਂ ਦਾ ਬਹੁਤ ਚੰਗੀ ਗੱਲ ਹੈ ਵੀ ਔਰਤਾਂ ਇਸ ਦੇ ਮੈਦਾਨ ਦੇ ਵਿੱਚ ਡਟ ਕੇ ਖੜੀਆਂ ਹੋਈਆਂ ਨੇ। ਜਿਵੇਂ ਇੱਕ ਨਾਰਾ ਵੀ ਹੈ ਵੀ ਔਰਤ ਵੀ ਜੇ ਹਿੱਸਾ ਪਾਵੇ ਤਾਂ ਲੋਕ ਲਹਿਰ ਤੇ ਜੋ ਬਣਾਵੇ। ਅਸਲ ਵਿੱਚ ਲੋਕ ਲਹਿਰਾਂ ਉਦੋਂ ਹੀ ਸਫਲ ਹੋਣਗੀਆਂ ਜਦੋਂ ਇਹਦੇ ਵਿੱਚ ਨੌਜਵਾਨ ਵੀ ਇਕੱਠੇ ਹੋ ਕੇ ਜਿਵੇਂ ਨਿੱਤਰੇ ਨੇ, ਜਦੋਂ ਇਹਦੇ ਵਿੱਚ ਔਰਤਾਂ ਵੀ ਨਿੱਤਰਨਗੀਆਂ, ਜਦੋਂ ਸਾਰੇ ਲੋਕ ਸਮੂਹ ਇਕੱਠੇ ਹੋ ਕੇ ਨਿੱਤਰਨਗੇ, ਉਦੋਂ ਹੀ ਇਹ ਸਰਕਾਰਾਂ ਦੇ ਮੂੰਹ ਤੇ ਅਸਲੀ ਚਪੇੜਾਂ ਵੱਜਣਗੀਆਂ, ਉਦੋਂ ਹੀ ਸਾਡੇ ਜਿਹੜੇ ਵੀ ਹੱਕ ਨੇ ਉਹਨਾਂ ਨੂੰ ਬਹਾਲ ਅਸੀਂ ਕਰ ਸਕਾਂਗੇ। ਜੀ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਹੈ ਕਿ ਔਰਤਾਂ ਦੀ ਸ਼ਮੂਲੀਅਤ ਬੜੀ ਹੀ ਮਾਇਨੇ ਰੱਖਦੀ ਹੈ ਇਸ ਅੰਦੋਲਨ ਦੇ ਵਿੱਚ, ਕਿਉਂਕਿ 50% ਦੀ ਜਿਹੜੀ ਔਰਤਾਂ ਦੀ ਗਿਣਤੀ ਹੈਗੀ ਸਾਡੇ ਦੇਸ਼ ਦੇ ਵਿੱਚ। ਜੇ ਔਰਤਾਂ ਘਰੇ ਬੈਠ ਜਾਂਦੀਆਂ ਨੇ ਤਾਂ ਸਰਕਾਰ ਅੱਧੀ ਜੰਗ ਤਾਂ ਵੈਸੇ ਜਿੱਤ ਜਾਂਦੀ ਹੈ। ਲੇਕਿਨ ਅੱਜ ਕੀ ਦੇਖਣ ਨੂੰ ਮਿਲ ਰਿਹਾ, ਜਿਹੜਾ ਕਿਸਾਨੀ ਅੰਦੋਲਨ ਆ ਉਹਨਾਂ ਦੇ ਵਿੱਚ ਔਰਤਾਂ ਦੀ ਵੱਡੀ ਗਿਣਤੀ ਦੇਖਣ ਨੂੰ ਮਿਲ ਰਹੀ ਹੈਗੀ ਹੈ। ਖਾਸ ਤੌਰ ਤੇ ਜਿਹੜੀ ਛੋਟੀ ਛੋਟੀ ਬੱਚੀਆਂ ਹੈਗੀਆਂ ਨੇ ਉਹ ਵੀ ਅੰਦੋਲਨ ਦੇ ਵਿੱਚ ਹਿੱਸਾ ਲੈ ਰਹੀਆਂ ਨੇ। ਤੁਸੀਂ ਦੇਖੋ ਸਾਹਮਣੇ ਇੱਕ ਗੁੜੀਆ ਖੜੀ ਹੈ ਤੇ ਕਿਸ ਲਈ ਆਏ ਨੇ ਬਿਲਕੁਲ ਤੁਸੀਂ ਦੇਖੋ ਸਾਹਮਣੇ ਗੁੜੀਆ ਖੜੀ ਹੈ ਤੇ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਬੱਚੇ ਤੁਸੀਂ ਇੱਥੇ ਕਿਸ ਲਈ ਆਏ ਹੋ? ਅਸੀਂ ਇੱਥੇ ਜਿਹੜੇ ਵੀ ਕਿਸਾਨਾਂ ਲਈ ਕਾਲੇ ਕਾਨੂੰਨ ਬਣਾਏ ਗਏ ਹਨ ਅਸੀਂ ਉਹਨਾਂ ਨੂੰ ਰੱਦ ਕਰਾਉਣ ਆਏ ਹਾਂ ਇੱਥੇ, ਕਿਉਂਕਿ ਮੇਰੇ ਨਾਨਾ ਜੀ ਦਾਦਾ ਜੀ ਸਾਰੇ ਖੇਤੀਬਾੜੀ ਕਰਦੇ ਹਨ, ਇਸ ਲਈ ਅਸੀਂ ਕਿਸਾਨਾਂ ਨੂੰ ਸਪੋਰਟ ਕਰਨ ਇੱਥੇ ਆਏ ਹਾਂ। ਤੁਹਾਨੂੰ ਲੱਗਦਾ ਹੈ ਬੇਟਾ ਜਿਹੜੀ ਸਰਕਾਰ ਹੈ ਚੁੱਕੇਗੀ? ਉਹ ਮੈਨੂੰ ਲੱਗਦਾ ਹੈ ਸਰਕਾਰ ਚੁੱਕੇਗੀ, ਕਿਉਂਕਿ ਕਿਸਾਨ ਕਦੇ ਵੀ ਹਾਰ ਨਹੀਂ ਮੰਨਣਗੇ, ਕਿਉਂਕਿ ਕਿਸਾਨ ਕਦੇ ਵੀ ਹਾਰ ਨਹੀਂ ਮੰਨਣਗੇ, ਤੇ ਇਸ ਲਈ ਸਰਕਾਰ ਨੂੰ ਚੁੱਕਣਾ ਹੀ ਪਊਗਾ। ਜੀ ਤੁਸੀਂ ਸੁਣਿਆ ਕਿ ਇਸ ਗੁੜੀਆ ਦਾ ਵੀ ਕਹਿਣਾ ਹੈ ਕਿ ਸਰਕਾਰ ਨੂੰ ਚੁੱਕਣਾ ਹੀ ਪੈਣਾ ਹੈ, ਕਿਉਂਕਿ ਕਿਸਾਨ ਕਦੇ ਵੀ ਹਾਰ ਨਹੀਂ ਮੰਨਣਗੇ। ਉਹ ਕੋਈ ਵੀ ਸ਼ਖਸ ਕਦੇ ਹਾਰ ਨਹੀਂ ਮੰਨੇਗਾ ਜੋ ਮਿਹਨਤ ਕਰਕੇ ਰੋਟੀ ਖਾਣਾ ਜਾਣਦਾ ਹੈਗਾ। ਬਜ਼ੁਰਗੋ ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ। ਸਾਡੇ ਅੱਜ ਜਿਹੜੇ ਬੱਚੇ ਨੇ, ਨੌਜਵਾਨ ਨੇ, ਬਜ਼ੁਰਗ ਨੇ, ਸਭ ਇਸ ਅੰਦੋਲਨ ਦੇ ਵਿੱਚ ਸ਼ਾਮਲ ਨੇ। ਔਰਤਾਂ ਵੀ ਸਾਡੀਆਂ ਸ਼ਾਮਲ ਹੈਗੀਆਂ ਨੇ। ਕਿਵੇਂ ਦੇਖਦੇ ਹੋ ਇਸ ਅੰਦੋਲਨ ਨੂੰ ਤੁਸੀਂ? ਹੁਣ ਜਿਹੜੀ ਕੱਲ ਨੂੰ ਬੈਠਕ ਹੋਣ ਜਾ ਰਹੀ ਹੈ, ਸਰਕਾਰ ਦੇ ਉੱਤੇ ਕੋਈ ਅਸਰ ਪਊਗਾ? जी देश का जवान तकड़ा उन्हों डर के सौने की लोड़ नहीं। जी देश का किसान तकड़ा उन्हों भुखे सौने की लोड़ नहीं। जी देश का किसान तकड़ा उन्हों भुखे सौने की लोड़ नहीं। जी देश का किसान तकड़ा उन्हों भुखे सौने की लोड़ नहीं। जी देश का जवान तकड़ा उन्हों डर के सौने की लोड़ नहीं। हमारे जवान पुत हैं तो मानो कोई डरने का फिक्र नहीं, कोई चिंता नहीं है। हमारे किसान तकड़े मानू भुखे नहीं पैन देंगे, रज का खिलाऊंगे रोटी। जिंदाबाद जिंदाबाद। जी देश का जवान तगड़ा उन्हों डर के सौने की लोड़ नहीं। जी देश का जवान तगड़ा उन्हों डर के सौने की लोड़ नहीं। जी देश का किसान तगड़ा उन्हों भुखे सौने की लोड़ नहीं। ਸੋ ਤੁਸੀਂ ਸੁਣਿਆ ਕਿ ਕਿੰਨਾ ਜੋਸ਼ ਹੈ ਲੋਕਾਂ ਦੇ ਵਿੱਚ। ਬੇਸ਼ੱਕ ਅੰਦੋਲਨ ਲੰਮਾ ਚੱਲ ਰਿਹਾ ਹੈ, ਲੇਕਿਨ ਜੋਸ਼ ਇਸ ਅੰਦੋਲਨ ਦੇ ਵਿੱਚ ਮੱਠਾ ਨਹੀਂ ਪੈ ਰਿਹਾ। ਨੌਜਵਾਨਾਂ ਦੇ ਵਿੱਚ ਜਿਹੜਾ ਉਤਸ਼ਾਹ ਹੈਗਾ ਉਹ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਜਿਹੜੀਆਂ ਔਰਤਾਂ ਨੇ ਉਹਨਾਂ ਦੇ ਵਿੱਚ ਵੀ ਉਤਸ਼ਾਹ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਸਰਕਾਰ ਨੂੰ ਲੱਗਦਾ ਸੀ ਠੰਡ ਵਧੇਗੀ ਤਾਂ ਜੋਸ਼ ਮੱਠਾ ਪੈ ਜਾਏਗਾ, ਪਰ ਇੱਥੇ ਉਲਟਾ ਰਿਹਾ ਹੈ। ਲੋਕਾਂ ਦੇ ਵਿੱਚ ਜਿਵੇਂ ਜਿਵੇਂ ਸੰਘਰਸ਼ ਲੰਮਾ ਪੈ ਰਿਹਾ, ਜੋਸ਼ ਵੱਧਦਾ ਜਾ ਰਿਹਾ। ਨੌਜਵਾਨਾਂ ਨਾਲ ਵੀ ਗੱਲਬਾਤ ਕਰਾਂਗੇ। ਤੁਸੀਂ ਕਿੱਥੋਂ ਆਏ ਹੋ ਜੀ? ਅਸੀਂ ਪਿੰਡ ਪਲੇਹੜੀ ਤੋਂ ਜੀ। ਤੁਹਾਨੂੰ ਕੀ ਲੱਗਦਾ ਕਿ ਹੁਣ ਕੇਂਦਰ ਸਰਕਾਰ ਚੁੱਕੇਗੀ? ਝੁਕਣਾ ਪੈਣਾ ਹੀ, ਉਹਨੂੰ ਝੁਕਣਾ ਪੈਣਾ ਹੀ। ਇੰਨੇ ਆਪਣੇ
ਜਵਾਨ ਇਕੱਠੇ ਹੋਏ ਆ ਜੀ ਤਾਂ ਇਹ ਚੰਗਾ ਹੀ ਕੰਮ ਕਰ ਰਹੇ ਆ। ਅਸੀਂ ਕਿਹੜਾ, ਅਸੀਂ ਤਾਂ ਆਪਣੇ ਹੱਕੇ ਮੰਗ ਰਹੇ ਆ ਜੀ। ਅਸੀਂ ਕੋਈ ਵਧੀਆ ਹੀ ਕੰਮ ਕਰ ਰਹੇ ਆ ਜੀ ਅਸੀਂ। ਸੋ ਤੁਸੀਂ ਦੇਖਿਆ ਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਵੀ ਆਏ ਨੇ, ਬਜ਼ੁਰਗ ਵੀ ਆਏ ਨੇ, ਬੱਚੇ ਵੀ ਆਏ ਨੇ, ਔਰਤਾਂ ਵੀ ਆਈਆਂ ਨੇ ਤੇ ਗੱਲਬਾਤ ਹੋਰਾਂ ਨਾਲ ਵੀ ਕਰਾਂਗੇ ਅਸੀਂ। ਤੁਸੀਂ ਵੀ ਆ ਜਾਓ ਇੱਧਰ ਨੂੰ ਜੀ, ਗੱਲਬਾਤ ਕਰਦੇ ਆਪਾਂ। ਤੁਸੀਂ ਪੰਜਾਬ ਕਿਸਾਨਾਂ ਦਾ ਸਮਰਥਨ ਕਰਨ ਲਈ ਇੱਥੇ ਪੁੱਜੇ ਹੋ, ਕੀ ਨਾਮ ਹੈਗਾ ਤੁਹਾਡਾ, ਕਿੱਥੋਂ ਆਏ ਹੋ? ਮੇਰਾ ਨਾਮ ਦਵਿੰਦਰ ਸਿੰਘ ਹੈ ਜੀ। ਜੀ ਮੈਂ ਜੀ ਕਿੱਥੋਂ ਆਏ ਹੋ? ਸੈਕਟਰ 2525 ਤੋਂ ਆਇਆ ਜੀ। ਜੀ ਮੈਂ ਕਿਸਾਨ ਨਹੀਂ ਹੈ, ਇੱਕ ਆਮ ਇਨਸਾਨ ਹੈ। ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹਨਾ ਮੋਦੀ ਸਰਕਾਰ ਨੂੰ ਕਿ ਮੋਦੀ ਸਰਕਾਰ ਜੀ ਤੁਸੀਂ ਪੁੱਠਾ ਪੰਗਾ ਲੈ ਲਿਆ ਪੰਜਾਬੀਆਂ ਨਾਲ। ਕਿਤੇ ਗਲਤੀ ਨਾਲ ਸਾਨੂੰ ਕਿਤੇ ਪੁਰਾਣਾ ਗਦਰੀ ਬਾਬੇ ਵਾਲਾ ਹਿਸਾਬ ਕਿਤਾਬ ਨਾ ਲਾਣਾ ਪੈ ਜਾਵੇ। ਜੇ ਕਿਤੇ ਉਹ ਹਿਸਾਬ ਕਿਤਾਬ ਆ ਗਿਆ ਤੇ ਮੋਦੀ ਤਾਂ ਇੰਡੀਆ 'ਚ ਕਿਹਾ ਹਿੰਦੁਸਤਾਨ ਬਣਾਉਣ ਦੀ ਗੱਲ ਕਰਦਾ। ਮੈਂ ਕਹਿੰਦਾ ਉਹਦਾ ਰਾਸ਼ਟਰ ਵੀ ਨਹੀਂ ਬਣਨ ਦੇਣਾ ਜਿਹੜਾ ਹਿੰਦੂ ਰਾਸ਼ਟਰ ਦੀ ਗੱਲ ਕਰਦਾ। ਇੰਡੀਆ ਭਾਰਤ ਹੈ, ਭਾਰਤ ਹੀ ਰਹੇਗਾ। ਭੁੱਲ ਜੇ ਕਿ ਆਰਐਸਐਸ ਦੀ ਸੋਚ ਇਸ ਇੰਡੀਆ ਦੇ ਵਿੱਚ ਉਹ ਲਾਗੂ ਕਰਨਾ ਚਾਹੁੰਦਾ। ਬਿਲਕੁਲ ਨਹੀਂ, ਉਹਦੀ ਸੋਚ ਲਾਗੂ ਨਹੀਂ ਹੋਣ ਦੇਵਾਂਗੇ। ਜਿੰਨਾ ਮਰਜ਼ੀ ਪੰਜਾਬ ਨੂੰ, ਹਰਿਆਣੇ ਨੂੰ, ਪੂਰੇ ਇੰਡੀਆ ਨੂੰ ਇਕੱਠਾ ਕਰਨਾ ਪੈ ਜਾਵੇ, ਅਸੀਂ ਜਿੰਨੀ ਵੀ ਵਾਹ ਲੱਗੇਗੀ ਲਾਵਾਂਗੇ ਜੀ। ਬਿਲਕੁਲ ਤੁਸੀਂ ਦੇਖਿਆ ਕਿ ਨੌਜਵਾਨਾਂ ਦਾ ਕਹਿਣਾ ਹੈ ਕਿ ਜਿਹੜੀ ਆਰਐਸਐਸ ਦੀ ਸੋਚ ਹੈ ਉਸ ਨੂੰ ਦੇਸ਼ ਦੇ ਉੱਤੇ ਲਾਗੂ ਨਹੀਂ ਹੋਣ ਦੇਣਗੇ। ਇੱਕ ਖਾਸ ਅੰਦੋਲਨ ਦੇ ਵਿੱਚ ਇਹ ਵੀ ਦੇਖਣ ਨੂੰ ਮਿਲੀ ਹੈ ਕਿ ਜਿਹੜਾ ਦੇਸ਼ ਹੈਗਾ ਉਹ ਪੂਰਾ ਇੱਕ ਏਕਤਾ ਦੀ ਲੜੀ ਦੇ ਵਿੱਚ ਪਰੋਇਆ ਗਿਆ। ਕਿਉਂਕਿ ਮੈਂ ਖੁਦ ਦਿੱਲੀ ਦੇ ਬਾਰਡਰਾਂ ਦੇ ਉੱਤੇ ਜਾ ਕੇ ਕਵਰੇਜ ਕਰਕੇ ਆਇਆ। ਉੱਥੇ ਲੋਕ ਜਾਤ ਪਾਤ ਤੋਂ, ਧਰਮ ਰੰਗ ਤੋਂ ਉੱਪਰ ਉੱਠ ਕੇ ਇਕਜੁੱਟਤਾ ਦਾ ਸੰਦੇਸ਼ ਦੇ ਰਹੇ ਨੇ। ਇੱਕੋ ਹੀ ਪਰਾਤ ਦੇ ਵਿੱਚ ਹਿੰਦੂ, ਮੁਸਲਿਮ, ਸਿੱਖ, ਈਸਾਈ ਆਟਾ ਗੁੰਨ ਰਹੇ ਨੇ, ਉੱਥੇ ਲੰਗਰ ਬਣਾ ਰਹੇ ਨੇ। ਕਹਿਣ ਦਾ ਮਤਲਬ ਕਿ ਇੱਕ ਪਾਸੇ ਸਾਡੇ ਦੇਸ਼ ਨੂੰ ਜਿਹੜੀਆਂ ਵੰਡਣ ਵਾਲੀਆਂ ਤਾਕਤਾਂ ਕੰਮ ਕਰ ਰਹੀਆਂ ਨੇ ਤੇ ਦੂਜੇ ਪਾਸੇ ਇਸ ਅੰਦੋਲਨ ਨੇ ਦੇਸ਼ ਨੂੰ ਇਕਜੁੱਟ ਕਰਕੇ ਰੱਖ ਦਿੱਤਾ ਹੈ, एकता की लड़ी दे विच परो के रख दिता है। जिन्होंने भारतीय किसान यूनियन के अपील पर अपनी दुकानें बंद की, जिन लोगों ने इस बंद में सहयोग किया, चाहे वो नौजवान संगठन है, कर्मचारी संगठन है, उसकी मैं तहे दिल से धन्यवाद करता हूं। आज ये केवल भारतीय किसान यूनियन के झंडे तले 30 पंजाब की किसान जत्थेबंदी, हरियाणा की जत्थेबंदी, राजस्थान की जत्थेबंदी, यूपी के जत्थेबंदी, मध्य प्रदेश की जत्थेबंदी, बिहार की जत्थेबंदी का आंदोलन है हमारे बीच। अगर किसी राजनीतिक आदमी से कोई हमारा लेना देना नहीं। जब भारतीय किसान यूनियन का गठन हुआ लोगों, और 1982 में सबसे पहले जंग आजादी के बाद आंदोलन हुआ था कंझोला के अंदर, और उसमें एक किसान यूनियन का सबसे पहला संविधान है कि ये गैर राजनीतिक संगठन है और इसका किसी राजनीतिक दल से लेना देना नहीं। और मैं एक बड़ी बात कहता हूँ, हिंदुस्तान के किसान ने नरेंद्र मोदी से कोई दुश्मनी नहीं है और ना ही किसी पार्टी से। हमने तो हमेशा कभी किसी की जय बोली है, कभी किसी की। पर आज भारतवर्ष का किसान ने, जो ये राजनीतिक लोग किसानों के अंदर जहर घोलने का काम करते थे, जिन्होंने कभी हिंदू, कभी मुसलमान, कभी सिख के नाम पर बांटने का काम किया गया, आज दिल्ली के अंदर सभी राजनीतिक पार्टियां देख ले कि वही सभी धर्मों के लोग एक थाली के अंदर खाना खा रहे हैं, गुरुद्वारे में सो रहे हैं, मस्जिद में सो रहे हैं, मंदिरों में सो रहे हैं। हम तो केवल किसान हैं और हमारी एक जात है, एक बिरादरी है, वो है किसानी की। ना हमारा कोई जात, ना धर्म। और हर सरकार ने 1947 से लेकर आज तक हर सरकार ने हमें लूटने का काम किया। हर सरकार ने हमें बरकरार किया गया, स्वामीनाथन आयोग लागू किया जाएगा। इन लोगों ने स्वामीनाथन आयोग तो दूर की बात गई, हमारे ऊपर 3 काले कानून लागू करके इन लोगों ने किसान को उजाड़ने का काम किया। आज हिंदुस्तान का किसान जब तक अपनी लड़ाई लड़ता रहेगा, जब तक ये तीनों काले कानून वापस नहीं लेंगे। और मैं तो ये भी घोषणा करता हूँ, मुझे तो आज फर्क नहीं लग रहा कि हम हरियाणा और पंजाब अलग हैं। ये हमने दिल्ली के अंदर दिखा दिया कि पूरे हिंदुस्तान का किसान एक है
और इन राजनीतिक लोगों की राजनीतिक पे जो हमें धर्म के नाम पर जात पे बांटने का काम करते थे, उस पर यह किसान आंदोलन ने कुछ लगा दिया। भारत का किसान एक है, भारत का किसान एक है, और जब तक लड़ाई लड़ता रहेगा, जब तक हमारे तीरे कानू कानून, और मैं सभी किसान साथियों से अपील करता हूं, जब तक हमारी शीर्षक कमेटी जो दिल्ली में बैठी है 40 व्यक्तियों की, जब तक उसका हमें अगला फैसला नहीं आएगा, जब तक हम उनके नेतृत्व में लड़ाई लड़ते रहेंगे। मैं इन्हीं शब्दों के साथ, मेरे बाद वक्ता बहुत है, विराम लेता हूं, अपनी वाणी को विराम देता हूं। भारतीय किसान यूनियन, भारतीय किसान यूनियन, जय हिंद, जय किसान, जय जवान। ਸੋ ਸਰ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਨਰਿੰਦਰ ਮੋਦੀ ਸਰਕਾਰ ਦੇ ਉੱਤੇ ਦਬਾਅ ਬਣਦਾ ਜਾ ਰਿਹਾ ਹੈ ਕਿ ਕੱਲ ਦੀ ਬੈਠਕ ਦੇ ਵਿੱਚ ਕੋਈ ਸਿੱਟਾ ਨਿਕਲੂਗਾ? ਜਿਵੇਂ ਅੱਜ ਭਾਰਤ ਬੰਦ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚੋਂ ਕਾਫੀ ਸਮਰਥਨ ਰਿਹਾ, ਹੋਰ ਸਟੇਟਾਂ ਦੇ ਵਿੱਚ ਵੀ ਕਾਫੀ ਸਮਰਥਨ ਰਿਹਾ, ਕੀ ਲੱਗ ਰਿਹਾ ਤੁਹਾਨੂੰ? नहीं देखिए, पंजाब ही नहीं बल्कि मैं कहता हूँ कि ये पहली बार ऐसा देखा जा रहा है कि पूरा भारत मुकम्मल बंद है, और ये किसानों की लड़ाई नहीं है। मैं कहता हूँ हिंदुस्तान के गरीब आवाम की लड़ाई है, सिर्फ किसान ही नहीं बल्कि जो आवाम है उनकी लड़ाई है। इसमें गरीब हैं, मुस्लिम हैं, हिंदू हैं, जो सिख हैं, सभी की लड़ाई है। क्योंकि इन्होंने इस चीज़ को देख लिया है कि NRC लागू किया, अकेले मुसलमानों को सताया, उसके बाद फिर 370 इन्होंने, इसलिए अब ये किसानों के साथ पंगा नहीं बल्कि हिंदुस्तान के आवाम के साथ भी पंगा है, और ये बड़ा ख़तरनाक साबित होगा अगर ये लागू हो भी जाए। अव्वलन तो लागू होगा नहीं किसी हालत, क्योंकि भारत के हिंदू, सिख, मुसलमान सब इसमें एक हैं। अगर ये लागू होता है तो इसका पब्लिक के ऊपर इतना असर पड़ेगा कि खाली किसान को तो पैसा मिल ही जाएगा, लेकिन जो पब्लिक पीसेगी वो समझिए एक तरह से गुलामी की जंजीरों दोबारा फिर जकड़ी जाएगी। इन्होंने देख लिया कि आलू ज़िंदगी में किसी ने सोचा नहीं होगा कि 50 रुपये किलो बिका होगा, लोगों ने खरीदा वो। अब यही मामला अब चलेगा, चूँकि जो किसान पैदा करेगा सारे इनके हवाले होगा वो। अब वो जिस मर्जी चाय रेट से बेचे उसे कोई रोक नहीं सकता। पब्लिक या तो भूखी मरेगी या लूट खसोट कर खाएगी। तो जाहिर बात है इन्होंने एक तरह सोच लिया कि इन लोगों को बिल्कुल तबाह बर्बाद कर दिया जाए। ये पॉलिसी बेहद गलत है। सरकार को इस बंद से कुछ सीखना चाहिए, और मैं समझता हूँ जितना जल्दी वापस लिया जाए तो ये बेहतर है। आवाम को परेशान करने की वजह से सरकार का नुकसान होगा, पब्लिक का नुकसान होगा, तो बेहतर इसको वापस ले लिया जाए। पहले ये माना जा रहा था कि देश को तोड़ने के लिए कुछ ताकतें काम कर रही हैं, टुकड़े टुकड़े गैंग भी सामने आया, लेकिन मैं खुद भी जाकर जब दिल्ली में मैंने बॉर्डर पे कवरेज की तो वहाँ पे एक ही थाली में हिंदू, मुस्लिम, सिख, ईसाई सब आटा गूंद रहे थे, इकट्ठे लंगर की सेवा कर रहे। तो वहाँ से मेरे को लगा कि जैसे पूरा देश एकता की लड़ी में पिरोया गया है। तो आप इस आंदोलन को क्या देखते हैं? जिस तरह से एक एकता ज़रूर नजर आई है इस आंदोलन में, भाईचारक साँझ, ये भाईचारक साँझ क्या रंग लेके आएगी? ये देखिए, हिंदुस्तान के अवाम की एकता हिंदुस्तान को मजबूत करेगी। सरकार ने, और सरकार की जो मीडिया है, सरकारी मीडिया, गोदी मीडिया, उसने बड़ी कोशिश की मुसलमानों को हिंदुओं से लड़ाना, सिखों से लड़ाना, लेकिन पब्लिक इस बार समझ चुकी है कि हम अलग अलग नहीं हैं, और न हमारा मुल्क इससे तरक्की करेगा। भाईचारा, चूँकि दिल्ली के अंदर आप जाकर देखें, मस्जिदें लोगों ने खोल रखी हैं, मंदिर भी लोगों ने खोल ले, गुरुद्वारे भी खोल लें, और उनकी जो सेवा है वो मुकम्मल तरीके से की जा रही है। और हम तो इसमें ऐलान करते हैं कि हम मुस्लिम कम्युनिटी के लोग मुकम्मल इस आंदोलन के मुकम्मल साथ हैं, 100% साथ हैं, और होना भी चाहिए। अगर ना हुए तो मैं समझ रहा हूँ कि हमारी बदकिस्मती होगी, और सरकार के लिए समझने के लिए बहुत बड़ा मौका है सुनहरा कि इसको वो फ़ौरन ही कानून को वापस कर दे, ताकि आवाम अपनी ज़िंदगी आराम के साथ जी सके। जिस आज़ादी के लिए हमने लड़ाई लड़ी वो आज़ादी हमारी नहीं रही, फिर दोबारा हम गुलामी की तरफ जा रहे हैं, तो इससे ख़तरनाक मौका कभी नहीं होगा। आवाम इस बात को समझ चुके हैं कि आवाम ने लड़ाई जो है किसानों की नहीं बल्कि पूरी पब्लिक की है। आज किसान है, कल को पूरा आवाम पीसेगा इसके अंदर, इसमें कोई दो राय नहीं है। इसलिए जो आवाम है, मुसलमान, हिंदू, सिख, वो सब एक जगह आ गए हैं, और वो एक लड़े के अंदर पिरो जा चुके हैं। जो इनकी साजिश थी अलग अलग करना, वो बिल्कुल नाकाम हो चुके हैं। नरेंद्र मोदी की सरकार ने, जैसे आपने भी बयान किया कि कुछ डिसीजन लिए लेकिन पैर पीछे नहीं खींचे। जो डिसीजन लिए तो लोग मानते थे ये डिसीजन कोई नहीं ले सकता, लेकिन इस बार जो आंदोलन की बात करें, किसानी आंदोलन की बात करें, तो आपको क्या लगता है कि नरेंद्र मोदी की सरकार इसमें घिरी नज़र आ रही है? क्या वो डिसीजन लेगी, पैर पीछे खींचेगी? अगर वो पीछे नहीं हटाती अपने पाँव और ये कानून वापस नहीं लेगी, तो समझिए कि सरकार के कफन में ये आखिरी कील साबित होगी मुकम्मल तरीके से, और इनको वापस लेना ही पड़ेगा। अगर ना लिया तो समझिए ये बर्बाद हो जाएंगे, और आवाम जो है वो सड़कों पे जब जिस तरह उतरेगी ना, शायद हम उसकी कल्पना नहीं कर सकते जैसा हो जाएगा। इसलिए इन्होंने पहले क्या किया, 370 को तोड़ी,
कि कश्मीर के लोग अलग अलग हो जाएंगे। लोग कह रहे थे कि 370 तोड़ दी, तो हमने कहा आपको क्या मिला? हमने जाकर बसना नहीं, हमारा रोज़गार यहाँ, हमारे मकान यहाँ, हम क्या करेंगे वहाँ? इसलिए 370 तोड़ के हमने कहा कि वो कश्मीर का मामला है जी। फिर मुसलमानों का 3 तलाक का लिया कि जी मुसलमान पिस रहेंगे, फिर बाबरी मस्जिद का लिया, फिर एनआरसी का लिया। इनकी पॉलिसी ये है कि इनको अलग अलग को ख़त्म कर दिया जाए और लोग उसके अंदर खामोश रहे। अब ये सोच रहे होंगे कि किसान वाला मामला जो है इसमें भी लोग किसान पड़ जाएंगे अलग, लेकिन पब्लिक ने साबित कर दिया कि हम अलग होने वाले नहीं। जो पहली तुम्हारी पॉलिसी थी, एनआरसी थी, सीए की थी, या 370 की थी, या 3 तलाक की थी, लोगों ने सबको हटा के दे दिया कि अब ऐसा नहीं है, हम सब एक होंगे तभी जाकर सरकार झुक सकेगी। और ये एक बात समझता हूँ देश के लिए बहुत अच्छी अलामत है, बहुत अच्छी बात है कि पूरी आवाम किसानों के साथ खड़ी हो गई है। इससे देश मजबूत होगा और आवाम की जो ख्वाहिशात वो पूरी हो जाएगी। इससे आप देश के प्रधानमंत्री को 2 शब्दों में कुछ कहना चाहते हो, देश के प्रधानमंत्री को आप 2 शब्दों में तो क्या कहेंगे? क्या चीज़? देश के प्रधानमंत्री को कुछ कहना चाहते हो आप 2 शब्दों में तो क्या कहेंगे? ये मैं कहना चाहता हूँ कि जो आवाम है, आवाम के जो कानून जिसके ऊपर हम चल रहे हैं, जिसको हम मान रहे हैं, उसी के मुताबिक अब ये चंद घराने को कॉर्पोरेट के हवाले करना चाहते हैं। अब क्या होगा कि पूरी जितनी खरीदारी होगी वो अकेले लेके बैठ जाएंगे और जो उनका दिल चाहेगा उसे बेचेंगे वो। अब गरीब आदमी क्या करेगा? मैंने पहले बताया आलू 50 रुपये, हमने कभी सोचा भी नहीं था, ख्वाब में भी नहीं आता कि ऐसा हो जाएगा। इन्होंने महसूस कर लिया कि भाई 50 रुपये के लोगों ने आलू खरीद लिया। अब जो है जो कारपोरेटर का हम हवाले कर रहे हैं, ये जिस मर्जी चाहे रेट से बेचेंगे और आवाम इसके अंदर पिसेगा, लोग भूखमरी की तरफ चले जाएंगे और जब भूखमरी होगी तो देश तबाही की तरफ जाएगा। तो मैं सच समझता हूँ कि प्रधानमंत्री को चाहिए कि इस कानून को वापस ले जाए तो बेहतर है आवाम के लिए और देश के हित में, यही फायदा है। तो ਤੁਸੀਂ ਸੁਣਿਆ ਕਿ ਹਰੇਕ ਭਾਈਚਾਰੇ ਦੇ ਲੋਕ ਇਸ ਅੰਦੋਲਨ ਦੇ ਵਿੱਚ ਸ਼ਾਮਲ ਨੇ, ਉਹ ਭਾਵੇਂ ਹਿੰਦੂ ਨੇ, ਮੁਸਲਿਮ ਨੇ, ਸਿੱਖ ਨੇ, ਈਸਾਈ ਨੇ। ਦੇਸ਼ ਨੂੰ ਇਸ ਅੰਦੋਲਨ ਨੇ ਏਕਤਾ ਦੀ ਲੜੀ ਦੇ ਵਿੱਚ ਪਰੋ ਦਿੱਤਾ ਹੈ। ਵੱਖ-ਵੱਖ ਬਾਰਡਰਾਂ ਦੇ ਉੱਤੇ, ਵੱਖ-ਵੱਖ ਧਰਨਿਆਂ ਦੇ ਵਿੱਚ ਸਾਰੇ ਵੀ ਭਾਈਚਾਰੇ ਦੇ ਲੋਕ ਸ਼ਾਮਲ ਹੋ ਰਹੇ ਨੇ। ਉਹਨਾਂ ਦਾ ਮੰਨਣਾ ਹੈ ਕਿ ਜਦੋਂ ਹੁਣ ਦੇਸ਼ ਦਾ ਆਵਾਮ ਜਾਗ ਚੁੱਕਿਆ ਹੈ, ਇਸ ਕਰਕੇ ਜੇ ਨਰਿੰਦਰ ਮੋਦੀ ਦੀ ਸਰਕਾਰ ਹੁਣ ਪੈਰ ਪਿੱਛੇ ਨਹੀਂ ਖਿੱਚਦੀ ਤਾਂ ਸਰਕਾਰ ਦਾ ਜਿਹੜਾ ਤਖਤਾ ਹੈਗਾ ਉਹ ਪਲਟ ਹੋ ਸਕਦਾ ਹੈ, ਸਰਕਾਰ ਇਹ ਡਿੱਗ ਸਕਦੀ ਹੈ। ਪਰ ਦੂਜੇ ਪਾਸੇ ਇਹ ਵੀ ਨਜ਼ਰ ਆ ਰਿਹਾ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਕਸੂਤੀ ਤਾਂ ਘਿਰੀ ਹੋਈ ਹੈ, ਪਰ ਕੱਲ ਦੀ ਬੈਠਕ 9 ਦਸੰਬਰ ਨੂੰ ਦੁਬਾਰਾ ਹੈਗੀ ਹੈ ਕਿਸਾਨ ਆਗੂਆਂ ਦੇ ਨਾਲ, ਕੇਂਦਰੀ ਮੰਤਰੀਆਂ ਦੀ। ਉਸ ਤੋਂ ਪਹਿਲਾਂ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨਾਂ ਖੇਤੀ ਕਾਨੂੰਨਾਂ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਨੇ। ਪਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਦਾ ਹੰਕਾਰ ਤੋੜ ਦਾਂਗੇ। ਦੇਸ਼ ਦਾ ਆਵਾਮ ਦਾ ਕਹਿਣਾ ਹੈ ਕਿ ਅਸੀਂ ਦੇਸ਼ ਦੀ ਸਰਕਾਰ ਦਾ ਜਿਹੜਾ ਹੰਕਾਰ ਹੈਗਾ ਉਹ ਤੋੜ ਦਿਆਂਗੇ ਤੇ ਇਸ ਦੇ ਵਿੱਚੋਂ ਏਕਤਾ ਦੀ ਲੜੀ ਦੇ ਵਿੱਚ ਇਹ ਦੇਸ਼ ਪਰੋਇਆ ਜਾਵੇਗਾ। मैं कहना चाहना कि जेडे मोदी साहब ने हर चीज़ प्राइवेट सैक्टर में क्यों दे रहे हैं? यही आलू है ना किसानों को 5 रुपये खरीद के 50 रुपये को लोगों ने वंडे आ। यही प्याज 5 रुपये 2 रुपये खरीद के 60 रुपये लोगों ने खरीदे आम आदमी ने। आज मैं एक तेल की बोतल लेके आया, लॉकडाउन तो पहला इन्होंने सारा रिलायंस अंबानी अडानी क्यों दे रहे हैं? आज वो उसी तेल की बोतल 140 रुपये दी है। मार्च सी है रेट, इन्होंने सारा कुछ जिन्नी सरियों है सारिया रिलायंस ਨੂੰ अंबानी अडानी देती है। प्राइवेट सैक्टर करेंगे तो आम पब्लिक पिसेगी। आम पब्लिक ऐसी करके कह रहे हैं मोदी जी जहाँ से सीट छाड़ दो, जहाँ सीट छाड़ दो या महंगाई कंट्रोल करो, अपने अपने अंडर करो। ਅੱਜ ਤੁਹਾਨੂੰ ਕੀ ਲੱਗ ਰਿਹਾ ਕਿ ਇਹ ਕਿਸਾਨਾਂ ਦਾ ਅੰਦੋਲਨ ਹੈ ਜਾਂ ਦੇਸ਼ ਦਾ ਅੰਦੋਲਨ ਬਣ ਚੁੱਕਿਆ ਹੈ? ਕਿਉਂਕਿ ਆਮ ਨਾਗਰਿਕਾਂ ਦੇ ਉੱਤੇ ਤੁਸੀਂ ਦੱਸ ਰਹੇ ਹੋ ਕਿ ਇਸ ਦੀ ਮਾਰ ਪਏਗੀ। बहुत प्यारे आम आदमी पर बहुत पैना है। सारे जीरी जड़ी है ऑन काउंटर 7 रुपये किलो विकी है। क्यों विकी है? प्राइवेट सैक्टर खरीद रहा है, किसानों को अब गवर्नमेंट खरीद नहीं रही। क्यों? यह सारा कुछ अंबानी अडानी रिलायंस दे देना इन्होंने। यही आटा जड़ा है कल ਨੂੰ ਅਸੀਂ 50 रुपये खरीदांगे। क्यों खरीदांगे भाई? एक सरसों तेल की बोतल जी 100 रुपये की मिलती सी, आज 140 रुपये की है। क्यों? सारा रिलायंस ने ले लिया। ਮੈਂ ਤੁਹਾਡੇ ਤੋਂ ਇਹ ਵੀ ਜਾਨਣਾ ਚਾਹੁੰਦਾ ਜਦੋਂ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਹਦੇ ਵਿੱਚ ਸਾਡੀ ਜਿਹੜੀ ਹੈਗੀ ਹੈ ਇਕਨੋਮੀ ਹੇਠਾਂ ਵੱਲ ਗਈ ਹੈ। ਅੱਜ -23 ਤੱਕ ਪਹੁੰਚ ਗਈ ਹੈਗੀ ਹੈ ਇਕਨੋਮੀ ਤੇ ਬੇਰੁਜ਼ਗਾਰੀ ਸਾਡੇ ਦੇਸ਼ ਦੇ ਵਿੱਚ ਵਧੀ ਹੈਗੀ ਹੈ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਦੇਸ਼ ਦੇ ਵਿੱਚ ਵੰਡ ਪਾਉ ਜਿਹੜੀ ਤਾਕਤਾਂ ਹੈਗੀਆਂ ਉਹ ਸਰਗਰਮ ਹੋ ਗਈਆਂ ਨੇ। ਪਰ ਇਸ ਦੇ ਬਾਵਜੂਦ ਵੀ ਸਰਕਾਰ ਦੇ ਉੱਤੇ ਇਲਜ਼ਾਮ ਵੀ ਲੱਗਦੇ ਨੇ, ਪਰ ਲੋਕ ਫਿਰ ਸਰਕਾਰ ਨੂੰ ਦੁਬਾਰਾ ਵੋਟਾਂ ਕਿਉਂ ਪਾ ਦਿੰਦੇ ਨੇ? ਕੀ ਲੱਗਦਾ ਤੁਹਾਨੂੰ? आम आदमी है शाम ਨੂੰ वोटिंग एक दिन पहला ਝੁੱਗੀਆਂ ਚੋਪੜੀਆਂ ਆਮ ਆਦਮੀ ਵਿੱਚ शराब ਵੰਡ ਦਿੱਤੀ ਜਾਂਦੀ ਹੈ, ਪੈਸੇ ਵੰਡ ਦਿੱਤੇ ਜਾਂਦੇ ਨੇ, ਸਭ ਕੁਝ ਕਰਦੇ ਇੱਕ ਦਿਨ ਪਹਿਲਾਂ, ਇੱਕ ਰਾਤ ਨੂੰ ਹੀ ਪਾਸਾ ਪਲਟ ਜਾਂਦਾ ਹੈ। ਕਿਉਂ? ਇਹ ਇਹਨਾਂ ਦੀ ਪਾਲਿਸੀ ਹੈਗੀ ਹੈ। ਨਹੀਂ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਸਾਡੇ ਦੇਸ਼ ਦੇ ਨਾਗਰਿਕ ਨੇ ਉਹ ਸ਼ਰਾਬ ਪਿੱਛੇ ਵਿਕ ਜਾਣਗੇ? ਪਰ ਸਾਰੇ ਤਾਂ ਨਹੀਂ ਇਦਾਂ ਕਰਦੇ। ਇਹ ਸੈਕਟਰਾਂ ਵਿੱਚ ਕਿਉਂ ਨਹੀਂ ਆਉਂਦੇ? ਸਾਨੂੰ ਅਫਸੋਸ ਲੱਗਦਾ ਹੈ ਕਿ ਸਾਡੇ ਸੈਕਟਰਾਂ ਵਿੱਚ ਆ ਲੋਕ ਕਿਉਂ ਨਹੀਂ ਆਉਂਦੇ। ਚੰਡੀਗੜ੍ਹ ਦੇ ਵਿੱਚ ਪੜ੍ਹੇ ਲਿਖੇ ਲੋਕ ਰਹਿੰਦੇ ਨੇ, ਜ਼ਿਆਦਾਤਰ ਗਿਣਤੀ ਮੰਨਿਆ ਜਾਂਦਾ, ਲੇਕਿਨ ਇੱਥੋਂ ਵੀ ਬੀਜੇਪੀ ਦੇ ਜਿਹੜੇ ਐਮਪੀ ਉਹ ਜਿੱਤੇ। ਉਹ ਐਮਪੀ ਐਸ ਕਰਕੇ ਜਿੱਤੇ, ਪਤਾ ਨਹੀਂ ਕਿਉਂ ਜਿੱਤੇ ਨੇ। ਝੁੱਗੇ ਚੋਪੜੇ ਤੁਸੀਂ ਜਾਓ ਜ਼ੀਰਕਪੁਰ ਦੇ ਕੋਲ ਮਨੀ ਐਮਪੀ ਬਾਰੇ ਜੀ
ਤੁਹਾਨੂੰ ਕੀ ਲੱਗਦਾ ਕਿ ਜੇ ਸਰਕਾਰ ਦੇ ਉੱਤੇ ਇਲਜ਼ਾਮ ਵੀ ਲੱਗਦੇ ਨੇ ਸਰਕਾਰ ਨੇ ਕੁਝ ਨਹੀਂ ਕੀਤਾ, ਫਿਰ ਸਰਕਾਰ ਕਿਵੇਂ ਜਿੱਤ ਜਾਂਦੀ ਹੈ? ਸਰ ਈਵੀਐਮ ਦਾ ਜਾਦੂ ਹੈ ਜੀ, ਤਾਂ ਸਾਰਿਆਂ ਨੂੰ ਪਤਾ ਹੈ। ਈਵੀਐਮ ਜਦ ਤੱਕ ਮੋਦੀ ਹੈ ਈਵੀਐਮ ਰਹੇ, ਈਵੀਐਮ ਹੈ ਤੇ ਮੋਦੀ ਰਹੇਗਾ ਜੀ। ਬਿਨਾ ਈਵੀਐਮ ਤੋਂ ਬਿਨਾ ਮੇਰੇ ਤੁਹਾਡੇ ਮੀਡੀਆ ਨੇ ਮੈਂ ਮੋਦੀ ਸਾਹਿਬ ਨੂੰ ਬੀਜੇਪੀ ਨੂੰ ਚੈਲੰਜ ਕਰਦਾ ਹਾਂ, ਬਿਨਾ ਈਵੀਐਮ ਤੋਂ ਬੈਲਟ ਪੇਪਰ ਦੇ ਥਰਾਈ ਵੋਟ ਕਰ ਲਓ ਭਾਈ ਸਾਹਿਬ। ਜੇ ਤੁਹਾਡੀਆਂ 10 ਸੀਟਾਂ ਆ ਜਾਣ ਮੈਨੂੰ ਪੁੰਜੇ ਬਿਠਾ ਲਿਓ। ਤੇ ਦੂਜੀ ਗੱਲ ਇਹ ਹੈ ਜੀ ਕਿ ਜਿਹੜੇ ਮੋਦੀ ਸਾਹਿਬ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬੀਜੇਪੀ ਹੈਗੀ ਹੈ, ਇਹ ਅੰਬਾਨੀ ਅਡਾਨੀ ਨੂੰ ਉੱਪਰ ਲੈ ਜਾਏਗੀ, ਕਿਸਾਨ ਜਾਵੇ ਠੱਠੇ ਖੂਚ, ਆਮ ਜਨਤਾ ਜਾਵੇ ਠੱਠੇ ਖੂਚ। ਅੰਬਾਨੀ ਅਡਾਨੀ ਇਹਨਾਂ ਨੇ ਖੁਸ਼ ਕਰਨਾ ਹੈ ਜੀ, ਠੀਕ ਹੈ ਜੀ, ਸਿਰਫ ਅੰਬਾਨੀ। ਬਾਕੀ ਤੁਸੀਂ ਜੀਡੀਪੀ ਦੀ ਗੱਲ ਕੀਤੀ ਕਿ -23 ਪੁਆਇੰਟ ਕੁਝ ਪ੍ਰਤੀਸ਼ਤ ਚਲੀ ਗਈ ਹੈ। ਭਾਈ ਸਾਹਿਬ ਅੰਬਾਨੀ ਅਡਾਨੀ ਤਾਂ ਦੇਖੋ ਕਿੱਥੇ ਪਹੁੰਚਾਤੇ ਨੇ, ਜਨਤਾ ਜਾਵੇ ਠੱਠੇ ਖੂਹ ਦੇ ਵਿੱਚ। ਇੱਕ ਮੋਬਾਈਲ ਵੇਚਣ ਵਾਲਾ ਕਿੱਥੇ ਪਹੁੰਚ ਗਿਆ ਹੈ? ਅੱਜ ਆਮ ਪਬਲਿਕ ਜਿਹੜੇ ਕਿਸਾਨ ਉੱਥੇ ਦਾ ਉੱਥੇ ਖੜੇ ਆ, ਉਹ ਥੱਲੇ ਡਿੱਗੇ ਆ। ਕਿੱਥੇ ਪਹੁੰਚ ਗਿਆ? ਆਮ ਆਦਮੀ ਮੋਬਾਈਲ ਹੀ ਵੇਚਦਾ ਸੀਗਾ, ਅੰਬਾਨੀ ਅਡਾਨੀ ਕੀ ਸੀਗੇ? ਮੋਦੀ ਸਾਹਿਬ ਮੋਦੀ ਜਾਣਾ। ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਗੁਰਜੀਤ ਸਿੰਘ ਹੈ ਜੀ, ਮੈਂ ਆਸਟ੍ਰੇਲੀਆ ਤੋਂ ਆਇਆ ਸਪੈਸ਼ਲੀ। ਤੇ ਤੁਸੀਂ ਸਪੈਸ਼ਲੀ ਆਏ, ਸਪੈਸ਼ਲੀ ਕਿਸ ਕੰਮ ਲਈ? ਨਹੀਂ ਮੈਂ ਆਇਆ ਤਾਂ ਪਹਿਲਾਂ ਤਾਂ ਹੀ ਆ ਤੇ ਥੋੜਾ ਸਟਕ ਹੋ ਗਿਆ ਸੀ ਕਰੋਨਾ ਕਰਕੇ, ਪਰ ਆਈ ਐਮ ਵੈਰੀ ਡਿਸਅਪੁਆਇੰਟਡ। ਲਾਈਕ ਜੋ ਮੋਦੀ ਕਰਦਾ ਪਿਆ ਠੀਕ ਨਹੀਂ ਹੈਗਾ, ਇਹ 100% ਡਿਕਟੇਟਰਸ਼ਿਪ ਹੈ ਤੇ ਇਹਦੇ ਡਿਕਟੇਟਰਸ਼ਿਪ ਨਾਲ ਬੜੇ ਲੋਕੀ ਇਫੈਕਟ ਹੋ ਰਹੇ ਨੇ, ਜੋ ਹੋਣਾ ਨਹੀਂ ਚਾਹੀਦਾ ਤੇ ਇਟਸ ਵੈਰੀ ਸੈਡ। ਆਸਟ੍ਰੇਲੀਆ ਤੋਂ ਸਾਡੇ ਕੋਲ ਖਬਰਾਂ ਆਉਂਦੀਆਂ ਨੇ, ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ ਲੋਕ ਹੈਗੇ ਨੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੇ ਉੱਥੇ, ਤੇ ਉੱਥੋਂ ਦੀ ਜਿਹੜੇ ਸਰਕਾਰਾਂ ਦੇ ਵੀ ਸਟੇਟਮੈਂਟ ਆ ਰਹੀਆਂ ਨੇ ਲਗਾਤਾਰ, ਜਿਹੜੇ ਸਿਆਸਤਦਾਨ ਨੇ ਉਹਨਾਂ ਦਾ ਵੀ ਕਹਿਣਾ ਹੈਗਾ। ਤੇ ਤੁਸੀਂ ਕੀ ਚਾਹੁੰਦੇ ਹੋ ਕਿ ਨਰਿੰਦਰ ਮੋਦੀ ਸਰਕਾਰ ਨੂੰ ਕੀ ਕਦਮ ਚੁੱਕਣਾ ਚਾਹੀਦਾ ਹੈ? ਮੈਂ ਤਾਂ ਇਹੀ ਚਾਹੁੰਦਾ ਜੀ ਇਹ ਸਰਕਾਰ ਇਰੈਡੀਕੇਟ ਹੋ ਜਾਏ, ਆਣੀ ਨਹੀਂ ਚਾਹੀਦੀ। ਨੈਕਸਟ ਇਲੈਕਸ਼ਨ 'ਚ ਵੀ ਹੁਣੇ ਇਰੈਡੀਕੇਟ ਹੋ ਜਾਏ। ਅਸੀਂ ਬੜੇ ਲੋਕ ਹਮੇਸ਼ਾ ਵੋਟਾਂ ਪਾਉਂਦੇ ਨੇ, ਲੋਕ ਹੀ ਜਿਤਾ ਦਿੰਦੇ ਨੇ। ਲੋਕ ਨਹੀਂ ਵੋਟਾਂ ਪਾਉਂਦੇ, ਈਵੀਐਮ ਹੈ ਜੀ। ਤੁਹਾਡੀ ਰਾਏ ਲੈ ਲਈ, ਇਹਨਾਂ ਦੀ ਵੀ ਲੈ ਲੈਣਾ ਚਾਹੁੰਦਾ। ਈਵੀਐਮ ਹੀ ਹੈ ਜੀ, ਉਹੀ ਇਹਨਾਂ ਨੇ ਬਿਲਕੁਲ ਸਹੀ ਕਿਹਾ। ਈਵੀਐਮ ਤੇ ਡਾਊਟ ਹੈ ਜੀ? ਹਾਂਜੀ ਬਿਲਕੁਲ ਜੀ। ਪ੍ਰਾਈਵੇਟ ਸੈਕਟਰ ਛੱਡ ਦੇਣ, ਪ੍ਰਾਈਵੇਟ ਸੈਕਟਰ ਨੂੰ ਸਾਰਾ ਕੁਝ ਦੇਣਾ ਛੱਡ ਦੇਣ, ਅੱਜ ਫਿਰ ਸਾਡਾ ਦੇਸ਼ ਉੱਥੇ ਹੀ ਆ ਜਾਂਦਾ ਹੈ। ਜਿਨ੍ਹਾਂ ਨੂੰ ਲੱਗਦਾ ਹੈ ਕਿ ਈਵੀਐਮ ਰਾਹੀਂ ਸਰਕਾਰ ਬਣਦੀ ਹੈ, ਉਹ ਮੈਂ ਕਹਿੰਦਾ ਹੱਥ ਉੱਪਰ ਇੱਕ ਖੜੇ ਕਰ ਦੇਣਗੇ। ਈਵੀਐਮ ਦਾ ਮੇਰੇ ਕੋਲ ਐਗਜ਼ਾਮਪਲ ਹੈ, ਮੇਰੇ ਨਾਲ ਹੋਇਆ। ਐਜ਼ ਐਜੂਕੇਟਿਡ ਯੂਥ ਅਸੀਂ ਸਾਰੇ ਜਾਣਦੇ ਹਾਂ ਕਿ ਜਿੱਦਾਂ ਸਾਡੇ ਕਿਸਾਨ ਇਸ ਟਾਈਮ ਲੜ ਰਹੇ ਆ ਲੜਾਈ, ਇਹ ਸਿਰਫ ਕਿਸਾਨਾਂ ਦੀ ਲੜਾਈ ਨਹੀਂ ਹੈ, ਇਹ ਆਮ ਨਾਗਰਿਕ ਦੀ ਲੜਾਈ ਹੈ। ਇਹ ਸਾਰਿਆਂ ਤੇ ਅਸਰ ਆਊਗਾ। ਅਸੀਂ ਆਮ ਸਿਟੀਜ਼ਨਸ ਹਾਂ ਜਿਹੜੇ, ਇਹ ਸਾਡੇ ਸ਼ਹਿਰੀਆਂ ਤੇ ਵੀ ਐਂਡ ਪਿੰਡ ਵਾਸੀਆਂ ਤੇ ਗਾঁव ਵਾਸੀਆਂ ਤੇ ਸਾਰਿਆਂ ਤੇ ਅਸਰ ਆਊਗਾ। ਜਿਹੜਾ ਸਮਾਨ ਲਊਗਾ, ਰਾਸ਼ਨ ਲਊਗਾ, ਮਹਿੰਗਾ ਹੋ ਜਾਊਗਾ। ਇਹ ਸੋਚ ਨਹੀਂ ਰਹੇ ਲੋਕ। ਇਹ ਲੋਕਾਂ ਨੂੰ ਸਾਰਿਆਂ ਨੂੰ ਇਸ ਟਾਈਮ ਜੁੜ ਕੇ ਇਹ ਸਰਕਾਰ ਦਾ ਵਿਰੋਧ ਕਰਨਾ ਚਾਹੀਦਾ ਹੈ। ਮੋਦੀ ਸਰਕਾਰ ਡਿਕਟੇਟਰਸ਼ਿਪ ਕਰ ਰਹੀ ਹੈ। ਇਟਸ ਆਲ ਅਬਾਊਟ ਅੰਬਾਨੀਜ਼ ਐਂਡ ਅਡਾਨੀਜ਼। ਗੱਲ ਇੱਥੇ ਖਤਮ ਹੁੰਦੀ ਹੈ ਜੀ, ਗਰੀਬ ਨੂੰ ਅਸੀਂ ਖਤਮ ਠੀਕ ਹੈ ਜੀ। ਦੇਖੋ ਡੀਮੋਨੇਟਾਈਜੇਸ਼ਨ, GST ਹੋਣਾ, ਇਹ ਸਾਰਾ ਦੇਸ਼ ਦਾ ਬੇੜਾ ਗਰਕ ਹੋ ਗਿਆ ਹੈ। ਆਮ ਨਾਗਰਿਕ ਨੂੰ ਦੱਬ ਰਹੇ ਹੈ ਐਂਡ ਜਿਹੜੇ ਅੰਬਾਨੀ ਅਡਾਨੀ ਹਨ, ਇਹਨਾਂ ਦੇ ਨਾਲ ਜਿਹੜੇ ਜੁੜੇ ਹੋਏ ਆ, ਉਹਨਾਂ ਨੂੰ ਹਮੇਸ਼ਾ ਹੀ ਉੱਤੇ ਲੈ ਕੇ ਜਾ ਰਹੇ। ਐਂਡ ਮੋਦੀ ਸਰਕਾਰ ਦੀ ਹਮੇਸ਼ਾ ਤੋਂ ਹੀ ਇਹ ਨੀਤੀ ਰਹੀ ਹੈ। ਤੁਹਾਡੇ ਤੋਂ ਹੀ ਜਾਨਣਾ ਚਾਹੁੰਦਾ, ਤੁਸੀਂ ਕੀ ਆਪਣੀ ਰਾਏ ਦੋਗੇ? ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਸਰਕਾਰ ਹੈਗੀ ਹੈ ਉਹ ਕਿਸ ਰਾਹ ਦੇ ਉੱਤੇ ਚੱਲ ਰਹੀ ਹੈ? ਜਿਹੜਾ ਉਹਨਾਂ ਨੇ ਚੱਕਿਆ ਹੈਗਾ, ਉਹ 3 ਬਿੱਲ ਲਿਆਂਦੇ ਆ, ਉਹੀ ਗੱਲਾਂ ਚੱਕੀਆਂ ਨੇ ਜਿਹੜੀਆਂ ਕਾਂਗਰਸ ਨੇ ਆਪਣੀ ਮੈਨੀਫੈਸਟੋ ਦੇ ਵਿੱਚ ਰੱਖੀਆਂ ਸੀ। ਸਭ ਤੋਂ ਪਹਿਲਾਂ ਤਾਂ ਮੈਂ ਹਮਦਰਦ ਟੈਲੀਵਿਜ਼ਨ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਬੈਲੈਂਸ ਜਿਹੜੀ ਹੈ ਆਪਣੀ ਪੱਤਰਕਾਰੀ ਕਰ ਰਹੀ ਹੈ ਜੀ। ਔਰ ਇਸ ਗੱਲ ਦੀ ਮਤਲਬ ਜਿਹੜੀ ਹੈ, ਜਦੋਂ ਜਿੱਥੋਂ ਤੱਕ EVM ਦਾ ਸਵਾਲ ਹੈ ਵੀ EVM ਨਾਲ ਸਰਕਾਰ ਬਣਦੀ ਹੈ, ਮੈਂ ਇਹਨਾਂ ਸਹਿਮਤ ਨਹੀਂ ਹਾਂ, ਕਿਉਂਕਿ ਕਾਂਗਰਸ ਸਰਕਾਰਾਂ ਜਿੱਥੇ ਬਣਦੀਆਂ ਨੇ ਉੱਥੇ ਵੀ ਉਹੀ ਸਾਰੇ ਦੇਸ਼ ਵਿੱਚ ਚੱਲਦੀ ਹੈ। ਇਸ ਕਰਕੇ ਕੋਈ ਇਸ ਅੰਦੋਲਨ ਦੇ ਵਿੱਚ ਕੁਝ ਆਪੋਜੀਸ਼ਨ ਪਾਰਟੀਆਂ ਵੀ ਇਸ ਅੰਦੋਲਨ ਜਿਹੜੀਆਂ ਆਪਣੇ ਨਿੱਜੀ ਹਿੱਤਾਂ ਵਾਸਤੇ ਵਰਤ ਰਹੀਆਂ ਨੇ। ਲੇਕਿਨ ਇਹ ਜਿਹੜੇ ਬਿੱਲ ਹੈ ਉਹਦੇ ਵਿੱਚ ਪੋਜ਼ਿਟਿਵ ਚੀਜ਼ਾਂ ਕੀ ਨੇ? ਜਿਹੜੀਆਂ ਉਹਨਾਂ ਨੇ ਸਰਕਾਰੀ ਮੰਡੀਆਂ ਬੰਦ ਕਰਨ ਬਾਰੇ ਕਿਹਾ ਸੀ, ਉਹ ਵੀ ਹੁਣ ਉਹਨਾਂ ਨੇ ਮੰਨ ਲਿਆ ਵੀ ਨਹੀਂ ਅਸੀਂ ਬੰਦ ਕਰਦੇ। ਉਸ ਤੋਂ ਇਲਾਵਾ ਜਿਹੜਾ ਅਸੀਂ ਮਿਨੀਮਮ ਸਪੋਰਟਿੰਗ ਪ੍ਰਾਈਸ ਸੀਗਾ, ਉਹਦਾ ਵੀ ਉਹਨਾਂ ਨੇ ਮੰਨਿਆ ਕਿ ਅਸੀਂ ਲਿਖਤੀ ਰੂਪ ਵਿੱਚ ਦੇਣ ਤਿਆਰ ਹਾਂ। 9 ਮੰਗਾਂ ਸਰਕਾਰ ਨੇ ਜਿਹੜੀਆਂ ਮੰਗ ਲਈਆਂ, ਹੁਣ ਸਰਕਾਰ ਨੂੰ ਮੇਰਾ ਖਿਆਲ ਹੈ ਕਿ ਕਿਸਾਨਾਂ ਨੂੰ ਜਿਹੜਾ ਉਹਨਾਂ ਦੀ ਸਰਕਾਰ ਦੇ ਨਾਲ ਚੱਲਣਾ ਚਾਹੀਦਾ ਹੈ ਔਰ ਇਸ ਅੰਦੋਲਨ ਨੂੰ ਬੰਦ ਕਰ ਦੇਣਾ ਚਾਹੀਦਾ। ਨਹੀਂ, ਤੁਹਾਨੂੰ ਕੀ ਲੱਗਦਾ ਕਿ ਕਿਸਾਨ ਤਾਂ ਕਹਿ ਰਹੇ ਨੇ ਕਿ ਜਿਹੜੇ ਖੇਤੀ ਕਾਨੂੰਨ ਅਸੀਂ ਵਾਪਸ ਲਾਂਗੇ, ਤੇ ਤੁਸੀਂ ਕੀ ਕਹਿ ਰਹੇ ਹੋ ਅਮੈਂਡਮੈਂਟ ਜ਼ਰੂਰੀ ਹੈ? ਖੇਤੀ ਕਾਨੂੰਨ ਅਮੈਂਡਮੈਂਟ ਬਹੁਤ ਕਿਸਾਨਾਂ ਨੂੰ ਅਮੈਂਡਮੈਂਟ ਪ੍ਰਵਾਨ ਨਹੀਂ ਹੈਗੀ। ਉਹ ਜਿਹੜਾ ਹੈਗਾ ਹੁਣ ਕਾਨੂੰਨ ਬਣ ਚੁੱਕਾ ਆ, ਉਹਦੇ ਵਿੱਚ ਜਿਹੜੀਆਂ 9 ਮੰਗਾਂ ਮੇਨ ਰੱਖੀਆਂ ਹੋਈਆਂ ਸੀ ਕਿਸਾਨਾਂ ਨੇ ਪਹਿਲਾਂ ਵੀ ਮਿਨੀਮਮ ਸਪੋਰਟਿੰਗ ਪ੍ਰਾਈਸ ਰੱਖਿਆ ਜਾਵੇ, ਉਹ ਤਾਂ ਹੁਣ ਮੇਨ ਪਹਿਲਾਂ ਤਾਂ MSP ਦੀ ਸ਼ੋਰਟੀ ਸਰਕਾਰ ਹਾਲੇ ਵੀ ਲਿਖ ਕੇ ਦੇਣ ਨੂੰ ਨਹੀਂ ਹੈਗੀ ਤਿਆਰ। ਉਹ ਕਹਿੰਦੀ ਕਾਨੂੰਨ ਨਹੀਂ ਬਣ ਸਕਦਾ। ਉਹਦੇ ਵਿੱਚ ਮੀਟਿੰਗ ਜਿਹੜੀ ਹੋਈ ਸੀ ਉਹਦੇ ਵਿੱਚ ਤੋਮਰ ਸਾਹਿਬ ਨੇ ਗੱਲ ਕਹੀ ਸੀ ਵੀ ਅਸੀਂ ਲਿਖਤੀ ਰੂਪ ਵਿੱਚ ਵੀ ਦੇਣ ਨੂੰ ਤਿਆਰ ਹੈ। ਨਹੀਂ, ਲਿਖਤੀ ਰੂਪ ਦੇ ਵਿੱਚ ਦੀ ਅਲੱਗ ਗੱਲ ਹੈਗੀ, ਕਾਨੂੰਨ ਦੀ ਅਲੱਗ ਗੱਲ ਹੁੰਦੀ। ਜਿਹੜੀ ਚੀਜ਼ ਕਾਨੂੰਨ ਬਣ ਜਾਂਦੀ ਹੈ ਪੂਰੇ ਦੇਸ਼ ਤੇ ਲਾਗੂ ਹੁੰਦਾ ਹੈ। ਲਿਖਤੀ ਤੌਰ ਤੇ ਕਾਗਜ਼ ਤੇ ਲਿਖ ਦਿੱਤਾ, ਕੱਲ੍ਹ ਨੂੰ ਸਰਕਾਰ ਬਦਲ ਗਈ ਤੇ ਉਹ ਅਗਲੀ ਸਰਕਾਰ ਥੋੜੀ ਨਾ ਫੋਲੋ ਕਰੇਗੀ। ਬਿਕਾਮ ਦ ਪਾਰਟ ਐਂਡ ਪਾਰਸਲ ਆਫ ਲਾਅ, ਦੈਨ ਆਈ ਐਮ ਵੈਰੀ ਫੇਵਰ ਆਫ ਥੀਸ ਲਾਜ਼। ਫਿਰ ਅਗਰ ਉਹ ਲਿਖ ਕੇ ਦਿੰਦੇ ਹੈਗੇ ਆ ਵੀ ਕਾਨੂੰਨ ਦਾ ਹਿੱਸਾ ਹੋਊਗਾ। ਤੁਹਾਨੂੰ ਇਹ ਗੱਲ ਮਹਿਸੂਸ ਹੁੰਦੀ ਹੈ ਕਿ ਜਦੋਂ ਕਿਸਾਨਾਂ ਲਈ ਇਹ ਕਾਨੂੰਨ ਲੈ ਕੇ ਆਏ ਜਾ ਰਹੇ ਸੀ ਤੇ ਸਰਕਾਰ ਨੇ ਕਾਰਪੋਰੇਟਰ ਨਾਲ ਤਾਂ ਗੱਲ ਵਿਚਾਰ ਲਿੱਤੀ, ਪਰ ਕਿਸਾਨਾਂ ਦੇ ਨਾਲ ਇਸ ਬਿਲਕੁਲ ਵਿਚਾਰ ਨਹੀਂ ਕੀਤੀ ਤੇ ਸਿੱਧੇ ਤੌਰ ਤੇ ਥੋਪ ਦਿੱਤੇ ਕਾਨੂੰਨ। ਜਦੋਂ ਕਾਂਗਰਸ ਨੇ ਆਪਣੀ ਮੈਨੀਫੈਸਟੋ ਵਿੱਚ ਲਿਆਉਂਦੇ ਸੀ, ਮੈਂ ਕਾਂਗਰਸ ਦੀ ਨਹੀਂ ਗੱਲ ਕਰ ਰਿਹਾ, ਮੈਂ ਬੀਬੀ ਹਰਸਿਮਰਤ ਕੌਰ ਨੇ ਉਹਦੀ ਆਪਣੀ ਪਾਰਲੀਮੈਂਟ ਦੇ ਵਿੱਚ ਉਹਦਾ ਹੱਕ ਕੀਤਾ ਸੀ ਵੀ ਸਹੀ ਹੈਗੇ ਆ। ਹੁਣ ਜਦੋਂ ਵਿਰੋਧ ਹੋ ਗਏ ਤਾਂ ਹੁਣ ਉਹ ਬਾਹਰ ਆ ਗਏ ਹੈਗੇ।
ਇਸ ਕਰਕੇ ਸਾਨੂੰ ਵੈਲ ਮੈਨ ਸੋਚਣਾ ਚਾਹੀਦਾ ਵੀ ਇਹਦੇ ਵਿੱਚ ਪੋਜ਼ਿਟਿਵਿਟੀ ਕੀ ਹੈ ਕਿ ਕਿਸਾਨਾਂ ਦਾ ਹਿੱਤ ਹੈਗਾ ਇਹਦੇ ਵਿੱਚ। ਉਹਨਾਂ ਨੇ ਤਾਂ ਮੰਡੀਆਂ ਨੂੰ ਆਜ਼ਾਦ ਕੀਤਾ ਹੈ ਵੀ ਕਿਸਾਨ ਜਿਹੜਾ ਹੈ ਉਹ ਸਰਕਾਰੀ ਵਿੱਚ ਜੇ ਉਹਨਾਂ ਨੂੰ ਭਾਅ ਨਹੀਂ ਮਿਲਦਾ ਤਾਂ ਬਾਹਰ ਵੇਚ ਲਵੇ, ਜੇ ਬਾਹਰੋਂ ਵੱਧ ਪੈਸੇ ਮਿਲਦੇ ਆ। ਪਰ ਤੁਸੀਂ ਇਹ ਵੀ ਦੇਖੋ ਜਿਹੜੇ ਕੇਂਦਰ ਦੇ ਕਾਨੂੰਨ ਨੇ ਹਰਿਆਣਾ ਦੇ ਵਿੱਚ ਉਹਨਾਂ ਦੀ ਆਪਣੀ ਹੀ ਸਰਕਾਰ ਇਹਨਾਂ ਕਾਨੂੰਨਾਂ ਨੂੰ ਨਹੀਂ ਮੰਨ ਰਹੀ। ਰਾਜਸਥਾਨ ਤੋਂ ਜਦੋਂ ਫਸਲ ਲੈ ਕੇ ਆਉਂਦੀ ਗਈ ਹਰਿਆਣਾ ਦੀ ਮੰਡੀ ਦੇ ਵਿੱਚ ਵੇਚਣ ਲਈ ਕਿਸਾਨ ਲੈ ਕੇ ਆਏ ਤਾਂ ਉੱਥੇ ਬਾਜਰੇ ਦੀ ਫਸਲ ਹਰਿਆਣਾ ਨੇ ਵਾਪਸ ਮੋੜਤੀ, ਕਹਿੰਦੇ ਨਹੀਂ ਅਸੀਂ ਨਹੀਂ ਚੱਕਾਂਗੇ ਤੁਹਾਡੀ ਫਸਲ। ਫਿਰ ਤੁਸੀਂ ਜਦੋਂ ਕੇਂਦਰ ਦੇ ਆਪਣੇ ਕਾਨੂੰਨ ਉਹਨਾਂ ਦੀ ਸਰਕਾਰਾਂ ਨਹੀਂ ਮੰਨ ਰਹੀਆਂ। ਕਿਸਾਨਾਂ ਨੇ ਨਹੀਂ ਮੋੜੇ, ਐਕਚੁਅਲੀ ਕਈ ਵਪਾਰੀ ਉਹ ਖਰੀਦ ਕੇ ਗਾਹਾਂ ਵੇਚਦੇ ਆ, ਉਹਦੇ ਵਿੱਚ ਜਿਹੜਾ ਹੈਗਾ ਐਕਸਪਲੋਇਟੇਸ਼ਨ ਕਿਸਾਨਾਂ ਦੀ ਕਰ ਰਹੇ। ਮੈਂ ਉਹੀ ਤਾਂ ਗੱਲ ਕਰ ਰਿਹਾ ਨਾ, ਇਟ ਮੀਨਸ ਜੇ ਕਾਨੂੰਨ ਜਿਹੜੀ ਬੀਜੇਪੀ ਲਾਗੂ ਨਹੀਂ ਕਰ ਪਾ ਰਹੀ ਤੇ ਦੇਸ਼ ਵਿੱਚ ਕਿਵੇਂ ਲਾਗੂ ਹੋਣਗੇ? ਇੱਕ ਦੇਸ਼ ਇੱਕ ਮੰਡੀ ਕਿਵੇਂ ਪੋਸੀਬਲ? ਉਹਦੇ ਵਿੱਚ ਸੁਧਾਰ ਕਰਨ ਦੀ ਲੋੜ ਹੈਗੀ ਆ ਵੀ ਜਿਹੜੇ ਵਪਾਰੀ ਖਰੀਦ ਕੇ ਕਿਸਾਨਾਂ ਦੀ ਐਕਸਪਲੋਇਟੇਸ਼ਨ ਕਰਦੇ ਆ ਉਹ ਨਹੀਂ ਹੋਣੀ ਚਾਹੀਦੀ। ਮੈਂ ਤਾਂ ਇਸ ਗੱਲ ਦਾ ਹਮੀ। ਪਰ ਤੁਹਾਨੂੰ ਲੱਗਦਾ ਹੈ ਨਾ ਕਿ ਹਾਲੇ ਤੱਕ ਜਿਹੜੀ ਬੀਜੇਪੀ ਦੀ ਕੋਈ ਵੀ ਜਿੱਥੇ ਵੀ ਸਰਕਾਰਾਂ ਹੈਗੀਆਂ ਨੇ ਕਿਸੇ ਨੇ ਹਾਲੇ ਤੱਕ ਇਹਨਾਂ ਕਾਨੂੰਨਾਂ ਨੂੰ ਲਾਗੂ ਨਹੀਂ ਕੀਤਾ ਹੈਗਾ ਢੰਗ ਨਾਲ। ਜੇ ਕੋਈ ਕਿਸਾਨ ਲੈ ਕੇ ਜਾਂਦਾ ਦੂਜੀ ਸਟੇਟ ਵਿੱਚ ਫਸਲ ਵੇਚਣ, ਅਗਲੇ ਵਾਪਸ ਭਜਾ ਦਿੰਦੇ ਨੇ, ਕਹਿੰਦੇ ਚਲੋ ਜੀ ਸਾਡੀ ਸਟੇਟ 'ਚ ਨਾ ਆਓ। ਨਹੀਂ ਇਹੋ ਜਿਹੀ ਕੋਈ ਗੱਲ ਹੈ ਨਹੀਂ, ਪਰ ਹਰਿਆਣਾ ਵਿੱਚ ਹੋ ਰਿਹਾ ਹੈ। ਗੱਲ ਹੈ ਵਪਾਰੀ ਲੈ ਲੈਂਦੇ ਆ ਕਿਸਾਨਾਂ, ਜਦੋਂ ਕਿਸਾਨ ਵੱਢਦਾ ਉੱਥੋਂ ਖਰੀਦ ਲੈਂਦੇ। ਮੈਨੂੰ ਲੱਗ ਰਿਹਾ ਮੀਡੀਆ ਦੇ ਥਰੂ ਇੱਕ ਗੱਲ ਕਰਨਾ ਚਾਹੁੰਦਾ ਜੀ ਮੈਂ। ਸਿੱਖ ਸ਼੍ਰੋਮਣੀ ਅਕਾਲੀ ਦਲ ਦੀ SGPC ਦੀ ਜੋ ਮੈਂਬਰ ਨਵੀਂ ਬਣੀ ਹੈ ਬੀਬੀ ਜਗੀਰ ਕੌਰ ਜੀ, ਇਹਨਾਂ ਨੂੰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਗੱਲ ਪਹੁੰਚਾਉਣਾ ਚਾਹੁੰਦਾ ਜੀ ਕਿ ਜੋ ਕੰਗਨਾ ਰਣੌਤ ਨੇ ਪਿਛਲੇ ਦਿਨੀ ਸਾਡੀ ਦਾਦੀ ਮਹਿੰਦਰ ਕੌਰ ਬਾਰੇ ਕੁਝ ਗਲਤ ਲਫ਼ਜ਼ ਬੋਲੇ ਕਿ ਦੇਖੋ ਤੁਹਾਡਾ ਫਰਜ਼ ਬਣਦਾ ਸੀ ਕਿ ਨਾਰੀ ਹੋਣ ਦੇ ਨਾਤੇ ਤੁਸੀਂ ਦਾਦੀ ਮਹਿੰਦਰ ਕੌਰ ਦੇ ਨਾਲ ਖੜਦੇ, ਲੇਕਿਨ ਤੁਸੀਂ ਉਹ ਆਵਾਜ਼ ਨਹੀਂ ਚੁੱਕੀ। ਸਾਨੂੰ ਇਸ ਗੱਲ ਦੀ ਬਹੁਤ ਨਖੇਦੀ ਹੈ। ਸੋ ਅਸੀਂ ਮੰਗ ਕਰਦੇ ਹਾਂ ਕਿ ਬੀਬੀ ਜਗੀਰ ਕੌਰ ਅਸਤੀਫਾ ਦੇਵੇ ਤੇ ਕੰਗਨਾ ਰਣੌਤ ਦੇ ਖਿਲਾਫ ਕਾਰਵਾਈ ਕਰੇ। ਸੋ ਤੁਸੀਂ ਸੁਣਿਆ ਕਿ ਚੰਡੀਗੜ੍ਹ ਸੈਕਟਰ 17 ਦੇ ਵਿੱਚ ਭਾਰਤ ਬੰਦ ਨੂੰ ਪੂਰਾ ਸਮਰਥਨ ਇੱਥੇ ਮਿਲਿਆ ਗਿਆ। ਵੱਡੀ ਗਿਣਤੀ ਵਿੱਚ ਲੋਕ ਵੀ ਇੱਥੇ ਇਕੱਠੇ ਹੋਏ। ਵੱਖ-ਵੱਖ ਅਸੀਂ ਜਿਹੜੇ ਇੱਥੇ ਅੰਦੋਲਨ ਵਿੱਚ ਆਏ ਸੀ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ। ਉਹਨਾਂ ਗੱਲਾਂ ਬਾਤਾਂ 'ਚੋਂ ਇਹ ਆਉਂਦਾ ਕਿ ਅੱਜ ਸਾਰੇ ਦੇਸ਼ ਦਾ ਜਿਹੜੇ ਲੋਕ ਹੈਗੇ ਨੇ ਉਹ ਕਿਸਾਨਾਂ ਦੇ ਨਾਲ ਖੜੇ ਨੇ। ਉਹ ਭਾਵੇਂ ਹਿੰਦੂ, ਮੁਸਲਿਮ, ਸਿੱਖ, ਈਸਾਈ ਜਿਹੜੇ ਵੀ ਹੈਗੇ ਨੇ ਉਹ ਇਕੱਠੇ ਹੋਏ ਨੇ। ਜੇ ਆਪਾਂ ਦਿੱਲੀ ਦੀ ਗੱਲ ਕਰੀਏ, ਦਿੱਲੀ ਦੇ ਬਾਰਡਰਾਂ ਦੇ ਉੱਤੇ ਵੀ ਦੇਸ਼ ਏਕਤਾ ਦੀ ਲੜੀ ਦੇ ਵਿੱਚ ਪਰੋਂਦਾ ਨਜ਼ਰ ਆ ਰਿਹਾ ਹੈ। ਤੇ ਆਪਾਂ ਜੇ ਦੂਜੇ ਇੱਥੇ ਹੋਰ ਥਾਵਾਂ ਦੀ ਗੱਲ ਕਰੀਏ ਤਾਂ ਉੱਥੇ ਵੀ ਲੋਕ ਇਕਜੁੱਟ ਹੈਗੇ ਨੇ। ਕੁਝ ਲੋਕਾਂ ਦਾ ਕਹਿਣਾ ਹੈਗਾ ਕਿ ਇਹ ਕਾਨੂੰਨਾਂ ਦੇ ਵਿੱਚ ਅਮੈਂਡਮੈਂਟ ਜ਼ਰੂਰੀ ਹੈਗੀ ਹੈ, ਪਰ ਖਾਸ ਗੱਲ ਇਹ ਹੈਗੀ ਕਿ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨੇ ਉਹ ਵੀ ਇਹਨਾਂ ਕਾਨੂੰਨਾਂ ਨੂੰ ਲਾਗੂ ਨਹੀਂ ਕਰ ਰਹੇ। ਜਦੋਂ ਬਾਜਰੇ ਦੀ ਫਸਲ ਰਾਜਸਥਾਨ ਤੋਂ ਹਰਿਆਣਾ ਦੇ ਵਿੱਚ ਵੇਚਣ ਲਈ ਆਈ ਤਾਂ ਹਰਿਆਣਾ ਨੇ ਉਹਨਾਂ ਨੂੰ ਵਾਪਸ ਮੋੜਤਾ, ਕਹਿੰਦੇ ਸਾਡੀ ਸਟੇਟ ਵਿੱਚ ਤੁਸੀਂ ਨਾ ਵੇਚੋ। ਕਹਿਣ ਦਾ ਮਤਲਬ ਕਿ ਇੱਕ ਦੇਸ਼ ਇੱਕ ਮੰਡੀ, ਇਹ ਦੇਸ਼ ਦਾ ਕਾਨੂੰਨ ਬਣਾਇਆ ਭਾਰਤ ਦੀ ਜਿਹੜੀ ਸਰਕਾਰ ਹੈ ਨਰਿੰਦਰ ਮੋਦੀ ਸਰਕਾਰ ਨੇ। ਤੇ ਉੱਥੇ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨੇ ਉਹੀ ਇਹਨਾਂ ਕਾਨੂੰਨਾਂ ਨੂੰ ਨਹੀਂ ਮੰਨ ਰਹੀਆਂ ਤੇ ਅਸੀਂ ਦੂਜੇ ਸੂਬਿਆਂ ਦੇ ਵਿੱਚ ਕਿਵੇਂ ਮੰਨ ਸਕਦੇ ਹਾਂ ਕਿ ਇਹ ਜਿਹੜੇ ਕਾਨੂੰਨ ਹੋਣਗੇ ਲਾਗੂ ਹੋਣਗੇ। ਖਾਸ ਗੱਲ ਇਹ ਰਹੀ ਕਿ ਜਦੋਂ ਕਾਨੂੰਨ ਬਣਾਏ ਜਾ ਰਹੇ ਸੀ ਕਿਸਾਨਾਂ ਵਾਸਤੇ ਤਾਂ ਤੁਸੀਂ ਕਿਸਾਨਾਂ ਦੀ ਰਾਏ ਕਿਉਂ ਨਹੀਂ ਲਈ? ਤੁਸੀਂ ਜਿਹੜੇ ਕਾਰਪੋਰੇਟ ਸੀ ਉਹਨਾਂ ਨੂੰ ਖਰੜਾ ਭੇਜ ਦਿੱਤਾ, ਲੇਕਿਨ ਕਿਸਾਨਾਂ ਦੇ ਵਾਸਤੇ ਤੁਸੀਂ ਕਿਹਾ ਕਿ ਅਸੀਂ ਤੁਹਾਡੇ ਪੈਸਿਆਂ ਨਾਲ ਝੋਲੀਆਂ ਭਰਨੀਆਂ ਚਾਹੁੰਦੇ ਹਾਂ। ਤੁਸੀਂ ਕਿਸਾਨਾਂ ਦੇ ਉੱਤੇ ਜ਼ਬਰੀ ਕਾਨੂੰਨ ਥੋਪ ਦਿੱਤੇ। ਪਰ ਅੱਜ ਕਿਸਾਨ ਜਿਹੜਾ ਦੇਸ਼ ਦਾ ਹੈ ਉਹ ਜਾਗਰੂਕ ਹੋ ਚੁੱਕਿਆ ਹੈ। ਜਿਹੜੀਆਂ ਸਰਕਾਰਾਂ ਸਮਝਦੀਆਂ ਸੀ ਕਿਸਾਨ ਤਾਂ ਅਨਪੜ੍ਹ ਹੈ, ਖੇਤਾਂ ਦੇ ਵਿੱਚ ਹਲ ਚਲਾਉਂਦਾ ਹੈ, ਅੱਜ ਉਹਨਾਂ ਨੇ ਹੀ ਸਰਕਾਰ ਨੂੰ ਵਕਤ ਪਾ ਰੱਖਿਆ ਹੈ। ਸਰਕਾਰ ਕਸੂਤੀ ਘਿਰੀ ਹੋਈ ਹੈ। ਜੇ ਸਰਕਾਰ ਪੈਰ ਪਿੱਛੇ ਖਿੱਚਦੀ ਹੈ ਤਾਂ ਦੇਸ਼ ਦੇ ਵਿੱਚ ਇਹ ਸੁਣਿਆ ਜਾਂਦਾ ਹੈ ਕਿ ਸਰਕਾਰ ਦਾ ਹੰਕਾਰ ਟੁੱਟ ਗਿਆ। ਜੇ ਸਰਕਾਰ ਪੈਰ ਅੱਗੇ ਵਧਾਉਂਦੀ ਹੈ ਤਾਂ ਕੁਰਸੀ ਖਤਰੇ ਦੇ ਵਿੱਚ ਪੈਂਦੀ ਨਜ਼ਰ ਆ ਰਹੀ ਹੈ। ਹੁਣ ਮੈਨੂੰ ਅਮਨ ਮੋਹਨ ਮੋਹਜਾਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।